स्वागत। मैं हरजिंदर सिंह रंधावा, तुम देख रहे हो पंजाब टैलीविजन और मेरे नाल ने सरदार हमीर सिंह जी, सीनियर जर्नलिस्ट संपादक पंजाब टैलीविजन, और इन्हां दे नाल प्रोफैसर जगरूप सिंह गुरु नानक देव यूनीवर्सिटी तो। और इन्हां कोल सियासत की बड़ी समझ है, अंकड़ियां की बड़ी समझ है। असीं इलैक्शन दे विच हां, लेकिन वोट प्रतिशतता काफ़ी घट है। प्रोफैसर जगरूप सिंह हुणां दा मनना है कि घट नहीं, इस तरह की इलैक्शन दे विच ਜਿਹੜੀ ਜਿਮਨੀ ਚੋਣ ਹੁੰਦੀ ਹੈ ਉਹਦੇ 'ਚ ਇਹਨੂੰ ਕਾਫੀ ਮੰਨਿਆ ਜਾਂਦਾ। ਇਹਦਾ ਮਤਲਬ ਹੈ ਕਿ ਆਮ ਨਾਲੋਂ ਇਹ ਜ਼ਿਆਦਾ ਹੈ। ਸਰਦਾਰ ਹਮੀਰ ਸਿੰਘ ਜੀ, ਅੱਜ ਦਿਨ ਭਰ ਦਾ ਮਾਹੌਲ ਅਜੀਬੋ-ਗਰੀਬ ਰਿਹਾ। ਅੱਜ ਇੱਕ ਨਵਾਂ ਟ੍ਰੈਂਡ ਦੇਖਣ ਨੂੰ ਮਿਲਿਆ, ਫੜੋ ਫੜਾਈ ਹੋ ਗਈ। ਕਿਸੇ ਨੇ ਕਿਹਾ ਗੁੱਟ ਫੜਿਆ, ਜਿੱਦਾਂ ਕੌਡੀ ਖੇਡਣ ਆਏ ਹੁੰਦੇ ਆ। ਕੋਈ ਕਿਸੇ ਦੇ ਮਗਰ ਭੱਜਿਆ ਜਾਂਦਾ ਸੀ, ਕੋਈ ਐਮਐਲਏ ਮੋਟਰਸਾਈਕਲ ਤੇ ਚੜ੍ਹ ਕੇ ਭੱਜੀ ਜਾਂਦਾ ਸੀ। ਪੰਜਾਬ ਦੇ ਵਿੱਚ ਅਮੂਮਨ ਐਮਐਲਏ ਚੰਗਾ ਭਾਰੀ ਭਰਕਮ ਹਸਤੀ ਹੁੰਦਾ ਹੈ, ਜ਼ਰੂਰਤ ਨਹੀਂ ਹੁੰਦੀ ਉਹਦੇ ਵੱਲ ਕੋਈ ਵੇਖ ਜੇ। ਇਹ ਆਮ ਬੰਦੇ ਨੂੰ ਤਾਂ ਇਹ ਵਾਹਣੀ ਪਾਈ ਫਿਰਦੇ ਆ। ਇਹ ਕੋਈ ਜ਼ਿਆਦਾ ਵਧੀਆ ਸਰਕਾਰ ਲਈ ਕੋਈ ਵਧੀਆ ਰੁਝਾਨ ਦਿਸਦੇ ਨਹੀਂ ਮੈਨੂੰ। ਐਰੋਗੈਂਸੀ ਦਾ ਜ਼ਿਕਰ ਵੀ ਆਮ ਤੌਰ ਤੇ ਹੁੰਦਾ ਰਹਿੰਦਾ ਕਿ ਸਿਆਸਤ ਦੇ ਵਿੱਚ ਹਉਮੈ ਬੜੀ, ਧੌਣ ਚ ਕਿੱਲਾ, ਬਾਕੀ ਸਾਰੀਆਂ ਚੀਜ਼ਾਂ। ਲੇਕਿਨ ਅੱਜ ਜਲੰਧਰ ਦਾ ਜਿਹੜਾ ਚੋਣ ਦ੍ਰਿਸ਼ ਸੀ ਆਮ ਨਾਲੋਂ ਹਟਵਾ ਸੀ। ਇਹਨੂੰ ਤੁਸੀਂ ਕਿਵੇਂ ਆਂਕ ਰਹੇ ਹੋ? ਵੈਸੇ 4 ਐਮਐਲਏ ਥਾਣਿਆਂ ਤੱਕ ਪਹੁੰਚਣ ਦੀ ਸਥਿਤੀ ਬਣ ਗਈ, ਇੱਕ ਦੋ ਨੂੰ ਤੇ ਜ਼ਮਾਨਤਾਂ ਲੈਣੀਆਂ ਪੈ ਗਈਆਂ। ਪਤਾ ਨਹੀਂ, ਇਹ ਕਹਿੰਦੇ ਹੁੰਦੇ ਆ ਕਿ ਪਰਚੇ ਸੱਤਾਧਾਰੀਆਂ ਦੇ ਖਿਲਾਫ ਹੁੰਦੇ ਨਹੀਂ। ਚੋਣ ਕਮਿਸ਼ਨ ਦਾ ਰਾਜ ਤਾਂ ਹੁੰਦਾ ਹੈ, ਪਰ ਫਿਰ ਵੀ ਅਫਸਰ ਤਾਂ ਉਹੀ ਹੁੰਦੇ ਜਿਨ੍ਹਾਂ ਨੇ ਅਮਲ ਕਰਨਾ ਹੁੰਦਾ। ਮੁੜ ਕੇ ਪੋਸਟਿੰਗ ਵੀ ਲੈਣੀਆਂ ਹੁੰਦੀਆਂ, ਇਹ ਸਾਰੀਆਂ ਚੀਜ਼ਾਂ ਨੇ। ਲੇਕਿਨ ਤੁਸੀਂ ਜਿਵੇਂ ਦੇਖਿਆ ਸਥਿਤੀ ਨੂੰ, ਆਪਾਂ ਅੱਗੇ ਚੱਲ ਕੇ ਜਾਣਦੇ ਆ ਕਿ ਵੋਟ ਪ੍ਰਤੀਸ਼ਤਤਾ ਦੇ ਕੀ ਅਰਥ ਹੈ। ਘੱਟ ਵੋਟ ਜਾਂ ਜ਼ਿਆਦਾ ਵੋਟ ਪੋਲ ਹੋਣ ਤੋਂ ਬਾਅਦ ਸੱਤਾ ਦੇ ਖਿਲਾਫ ਜਾਂਦੇ ਆ ਰੁਝਾਨ ਜਾਂ ਹੱਕ 'ਚ ਜਾਂਦੇ ਆ। ਵਿਰੋਧੀ ਪਾਰਟੀਆਂ ਕਿੰਨੀਆਂ ਕੁ ਕਾਮਯਾਬ ਰਹੀਆਂ ਵੋਟਰ ਨੂੰ ਆਕਰਸ਼ਿਤ ਕਰਨ ਦੇ ਵਿੱਚ। ਆਖਿਰ ਇਸ ਨਤੀਜੇ ਨੂੰ ਅਸੀਂ ਕਿਵੇਂ ਅੰਕਾਂਗੇ? ਜਿਹੜੇ ਅੰਕੜੇ ਨੇ ਉਹ ਕਿਸ ਤਰ੍ਹਾਂ ਦੇ ਇਸ਼ਾਰੇ ਕਰ ਰਹੇ ਆ ਕਿ ਸੱਤਾਧਾਰੀ ਇਸ ਇਲੈਕਸ਼ਨ ਨੂੰ ਜਿੱਤ ਜਾਣਗੇ, ਜਾਂ ਕਾਂਗਰਸ ਲੈ ਜਾਊਗੀ, ਜਾਂ ਬੀਜੇਪੀ ਕੁਝ ਵਧੀਆ ਕਰ ਪਾਊਗੀ, ਅਕਾਲੀ ਇਹ ਸਰਵਾਈਵਲ 'ਚ ਨਿਕਲ ਪਾਉਣਗੇ? ਸਰਦਾਰ ਹਮੀਰ ਸਿੰਘ ਜੀ, ਗੱਲ ਤੋਰ ਦਿਓ। ਅਸਲ ਦੇ ਵਿੱਚ ਇਹ ਜਿਹੜੀ ਇਲੈਕਸ਼ਨ ਹੈ ਦਿਲਚਸਪ ਇਸ ਕਰਕੇ ਹੈ ਕਿ ਇੱਕ ਤਾਂ ਥੋੜੇ ਜਿਹੇ ਮਹੀਨੇ ਰਹਿੰਦੇ ਨੇ, ਇੱਕ ਸੰਗਰੂਰ ਤੋਂ ਬਾਅਦ ਦੂਜੀ ਬਾਈ ਇਲੈਕਸ਼ਨ ਹੋ ਗਈ ਲੋਕ ਸਭਾ ਦੀ, ਕਿਉਂਕਿ ਸਰਕਾਰ ਨੂੰ ਸਾਲ ਹੀ ਹੋਇਆ ਤੇ ਸੰਗਰੂਰ ਸਰਕਾਰ ਹਾਰ ਗਈ ਬੁਰੀ ਤਰ੍ਹਾਂ। ਇਸ ਕਰਕੇ ਵੀ ਦਿਲਚਸਪ ਇਹ ਇਲੈਕਸ਼ਨ ਦੂਜਾ ਮੌਕਾ ਇਹਨਾਂ ਕੋਲ ਸੀ। ਤੀਜਾ, ਨਵੇਂ ਸਿਆਸੀ ਸਮੀਕਰਨ ਨੇ। ਬੀਜੇਪੀ ਅਕਾਲੀ ਅਲੱਗ-ਅਲੱਗ ਲੜ ਰਹੇ ਨੇ, ਸੰਗਰੂਰ 'ਚ ਵੀ ਭਾਵੇਂ ਲੜੇ, ਪਰ ਇਹ ਇੰਪੋਰਟੈਂਟ ਸੀਟ ਇਸ ਲੈਵਲ ਦੇ ਉੱਤੇ ਸੀਗੀ। ਤੇ ਅਕਾਲੀ ਬੀਐਸਪੀ ਸੰਗਰੂਰ 'ਚ ਭਾਵੇਂ ਲੜੇ ਸੀ, ਪਰ ਇੱਥੇ ਬੀਐਸਪੀ ਦਾ ਕਾਫੀ ਰੋਲ ਰਹਿੰਦਾ ਹਮੇਸ਼ਾ ਦੁਆਬੇ ਦੇ ਵਿੱਚ, ਜਲੰਧਰ ਦੀ ਸੀਟ ਦੇ ਉੱਤੇ। ਉਹ ਵੀ ਇੱਕ ਪਹਿਲੂ ਇਸ ਮਾਮਲੇ ਸੀ। ਮਤਲਬ ਜੇ ਆਮ ਕਿਹਾ ਜਾਏ, ਖੜੇ ਤਾਂ ਕਾਫੀ ਸੀ, ਪਰ ਮੰਨਿਆ ਇਹ ਜਾ ਰਿਹਾ ਸੀ ਵੀ 4 ਧਿਰਾਂ ਪੂਰਾ ਜੱਜ ਕੇ ਜ਼ੋਰ ਲਾ ਰਹੀਆਂ ਨੇ, ਆਪੋ ਆਪਣਾ ਜਿੰਨਾ ਲਾ ਸਕਦੀਆਂ ਨੇ, ਕਿਉਂਕਿ ਹਰ ਇੱਕ ਦਾ ਕੋਈ ਨਾ ਕੋਈ ਉਹਦੇ 'ਚ ਸਟੇਕ ਹੈ। ਉਹਦਾ ਚੌਥੇ ਨੰਬਰ ਤੇ ਰਹਿਣਾ ਵੀ, ਉਹਦਾ ਤੀਜੇ ਨੰਬਰ ਤੇ ਆਉਣਾ ਵੀ, ਉਹਦਾ ਦੂਜੇ ਨੰਬਰ ਤੇ ਆਉਣਾ ਵੀ। ਨਾਰਮਲੀ ਇਲੈਕਸ਼ਨਾਂ ਦੇ ਵਿੱਚ ਐ ਨਹੀਂ ਦੇਖਿਆ ਜਾਂਦਾ। ਹਰ ਮਤਲਬ ਕਿਤੇ ਆਉਣਾ ਨਾ, ਜਿਵੇਂ ਓਲੰਪਿਕ 'ਚ ਹੁੰਦਾ ਵੀ ਚਲੋ ਸੋਨੇ ਦਾ ਨਹੀਂ ਤਾਂ ਚਾਂਦੀ ਦਾ ਸਹੀ, ਨਹੀਂ ਤਾਂ ਕਾਂਸੀ ਦਾ ਸਹੀ, ਕੋਈ ਤਮਗਾ ਤਾਂ ਮਿਲੇ। ਵੈਸੇ ਨਹੀਂ, ਇਹਦੇ 'ਚ ਇੱਕ ਚੀਜ਼ ਹੋਰ ਜੋੜ ਲਓ ਨਾ, ਵੀ ਜਿੱਦਾਂ ਮਿਲਖਾ ਸਿੰਘ ਚੌਥੇ ਨੰਬਰ ਤੇ ਆ ਕੇ ਵੀ ਉੱਡਣਾ ਸਿੱਖ ਹੀ ਰਹੇ, ਸਾਡੇ ਲਈ ਉਹੀ ਆਈਕਨ ਰਹੇ, ਇਹ ਵੀ ਗੱਲ ਹੋ ਜਾਂਦੀ। ਇਹ ਇਲੈਕਸ਼ਨ ਇਹੋ ਜਿਹੀ ਹੈ, ਮਤਲਬ ਜਿਹੜੀ ਦਿਲਚਸਪੀ ਲੋਕਾਂ ਦੀ ਰਹੀ ਹੈ ਉਸ ਮਾਮਲੇ 'ਚ। ਔਰ ਦੂਜੀ ਗੱਲ ਇਹ ਹੈ ਕਿ ਇਲੈਕਸ਼ਨ ਦੇ ਵਿੱਚ ਰੈਫਰੀ ਦਾ ਜਿਹੜਾ ਰੋਲ ਹੁੰਦਾ ਹੈ, ਜਿਹਨੇ ਕੀ ਉਹ ਨਿਰਪੱਖ ਰੋਲ ਨਿਭਾ ਰਿਹਾ, ਨਹੀਂ ਨਿਭਾ ਰਿਹਾ, ਨਿਭਾ ਸਕਿਆ, ਨਹੀਂ ਨਿਭਾ ਸਕਿਆ, ਇਹ ਵੀ ਇੱਕ ਚੁਣੌਤੀ ਹੁੰਦੀ ਹੈ ਬੜੀ ਵੱਡੀ। ਜਦੋਂ ਜਿੱਡੀਆਂ ਟੀਮਾਂ ਤਕੜੀਆਂ ਲੜ ਰਹੀਆਂ ਹੁੰਦੀਆਂ ਨੇ, ਉਹਦੇ 'ਚ ਰੌਲੇ ਵੀ ਜ਼ਿਆਦਾ ਪੈਣ ਦੀ ਸੰਭਾਵਨਾ ਹੁੰਦੀ ਹੈ, ਤੇ ਇਹ ਚੀਜ਼ਾਂ ਵੀ ਹੁੰਦੀਆਂ ਨੇ। ਪੰਜਾਬ ਦਾ ਇੱਕ ਨਾਰਮਲੀ ਇਤਿਹਾਸ ਰਿਹਾ ਕਿ ਪੰਜਾਬ 'ਚ ਬਹੁਤ ਜ਼ਿਆਦਾ ਹਿੰਸਾ, ਬਹੁਤ ਜ਼ਿਆਦਾ ਲੜਾਈਆਂ ਕਦੇ ਨਹੀਂ ਹੋਈਆਂ, ਛਿੱਟ-ਫੁੱਟ ਤਾਂ ਹੁੰਦੀਆਂ ਨੇ ਕਈ ਵਾਰ ਵੀ। ਭਾਵੇਂ ਬਿਆਨਬਾਜ਼ੀ ਚੋਣਾਂ ਤੱਕ ਜਿੰਨੀ ਮਰਜ਼ੀ ਹੋਵੇ, ਪਰ ਜਿਹੜੀ ਪੋਲਿੰਗ ਮਤਲਬ ਪੀਸਫੁਲ ਰਹਿੰਦੀ ਆ ਆਮ ਤੌਰ ਦੇ ਉੱਤੇ। ਲੋਕ ਐ ਨਹੀਂ ਕਲੇਸ਼ ਕਰਦੇ ਵੀ ਉਹ ਬੂਥ ਕੈਪਚਰਿੰਗ ਹੋ ਗਈ, ਉਹ ਫਲਾਨਾ ਹੋ ਗਿਆ, ਜੇ ਉਹ। ਔਰ ਇਦੋਂ ਪਹਿਲਾਂ ਉਹਦੀ ਵਾਇਲੇਸ਼ਨ ਵੀ ਪਹਿਲੀਆਂ ਇਲੈਕਸ਼ਨਾਂ 'ਚ ਵੀ ਕਈ ਪਾਰਟੀਆਂ ਕਰਦੀਆਂ ਰਹੀਆਂ। ਜਿਹਦੇ ਕੋਲ ਪਾਵਰ ਹੁੰਦੀ ਹੈ ਤੇ ਉਹ ਜਾਂਦੇ ਨੇ, ਉਹ ਬਹੁਤਾ ਪਰਵਾਹ ਨਹੀਂ ਕਰਦੇ ਉਸ ਪੱਧਰ ਦੇ ਉੱਤੇ ਗੱਲ ਹੁੰਦੀ ਹੈ। ਇਸ ਵਾਰ ਆਮ ਆਦਮੀ ਪਾਰਟੀ ਨੇ ਥੋੜਾ ਸ਼ਿਸ਼ਟਾਚਾਰ ਦੀ ਉਲੰਘਣਾ ਪਹਿਲਾਂ ਨਾਲੋਂ ਕਿਸੇ ਵੀ ਪਾਰਟੀ ਨਾਲੋਂ ਵੀ ਜ਼ਿਆਦਾ ਕੀਤੀ ਹੈ, ਦਿਖਾਈ ਦਿੱਤੀ ਹੈ ਉਹ ਜਿਹੜੀ ਪ੍ਰੈਕਟੀਕਲੀ, ਖਾਸ ਤੌਰ ਤੇ ਇਹਨਾਂ ਗੱਲਾਂ ਦੇ ਕਰਕੇ ਕਿ ਤੁਸੀਂ ਬਾਹਰਲੇ ਬੰਦੇ ਪੋਲਿੰਗਾਂ ਤੇ ਲਿਆ ਕੇ ਬਿਠਾ ਦਿਓ, ਐਮਐਲਏ ਤੁਰੇ ਦਿਖਦੇ ਰਹਿਣ। ਨਾਰਮਲੀ ਇਲੈਕਸ਼ਨ ਕਮਿਸ਼ਨ ਕਹਿੰਦਾ ਨਾ ਕਿ ਤੁਸੀਂ ਪ੍ਰਚਾਰ ਕਰ ਲਿਆ, ਜਿਹੜੇ ਬਾਹਰਲੇ ਬੰਦੇ ਨੇ ਹੁਣ ਤੁਸੀਂ ਵਾਪਸ ਜਾਓ। ਮੋਗੇ ਦੀ ਇਲੈਕਸ਼ਨ ਵੇਲੇ ਵੀ ਅਕਾਲੀਆਂ ਤੇ ਦੋਸ਼ ਲੱਗੇ ਸੀ। ਉਦੋਂ ਇੱਕ ਮੋਗੇ ਬਾਈ ਇਲੈਕਸ਼ਨ ਸੁਖਬੀਰ ਸਿੰਘ ਬਾਦਲ ਨੇ ਰਿਜ਼ਾਈਨ ਕਰਵਾ ਕੇ ਦੁਬਾਰਾ ਉਹੀ ਕੈਂਡੀਡੇਟ ਨੂੰ ਇਲੈਕਸ਼ਨ ਲੜਾਈ ਸੀ।
ਉਦੋਂ ਕਾਫੀ ਰੌਲਾ ਪਿਆ ਸੀ ਇਹੋ ਜਾ ਕੇ ਬਾਹਰਲੇ ਨੇ ਰੇਡ ਹੋਈਆਂ ਹੋਟਲਾਂ ਦੇ ਵਿੱਚ, ਕਿੱਥੇ ਠਹਿਰੇ ਨੇ ਕਿੱਥੇ ਨਹੀਂ ਠਹਿਰੇ। ਇੱਥੇ ਰੇਡ ਰੂਡ ਪਹਿਲੇ ਦਿਨ ਕੋਈ ਨਹੀਂ ਹੋਈ, ਮੈਨੂੰ ਨਹੀਂ ਲੱਗਦਾ ਕੋਈ ਚੈਕਿੰਗ ਹੋਈ ਹੈ। ਜੇ ਚੈਕਿੰਗ ਹੋਈ ਹੁੰਦੀ ਤਾਂ ਕਾਫੀ ਬੰਦੇ ਸ਼ਾਇਦ ਉਦੋਂ ਪਹਿਲੇ ਹੀ ਬਾਹਰ ਕਰ ਦਿੱਤੇ ਗਏ ਹੁੰਦੇ। ਜੇ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਉਹ ਰੋਲ ਵਿਜਲ ਹੁੰਦਾ ਨਾ, ਇੱਕ ਚੌਕਸੀ ਦਾ ਜਿਹੜਾ ਰੋਲ ਹੁੰਦਾ, ਉਹ ਨਹੀਂ ਦਿਖਾਈ। ਹਾਂ, ਜਦੋਂ ਬਾਗੇ ਫਿਰ ਜਿਹੜਾ ਐਮਐਲਏ ਤਾਂ ਪਛਾਣਿਆ ਹੀ ਨਹੀਂ ਜਾਣਾ ਨਾ। ਜਿਹੜਾ ਖਾਸ ਇੱਕ ਗੱਲ ਹੋਰ ਹੈਗੀ ਹੈ, ਵੈਸੇ ਇਹਨਾਂ ਦਾ ਐਮਐਲਏ ਵੀ ਘੱਟ ਪਛਾਣ ਵਾਲੇ ਨੇ। ਪੁਰਾਣੇ ਜਿਹੜੇ ਪਾਰਟੀਆਂ ਦੇ ਨਾ ਉਹ ਪਛਾਣ ਹਰੇਕ ਕਰ ਲੈਂਦਾ ਸੀ, ਇਹਨਾਂ ਦੀ ਉਨੀ ਲੋਕਾਂ 'ਚ ਜੇ ਪਛਾਣ ਨਹੀਂ ਬਣੀ, ਆਪਦੇ ਆਪਦੇ ਹਲਕੇ 'ਚ ਹੋਏਗੀ। ਪਰ ਜਦੋਂ ਦੂਸਰੇ 'ਚ ਜਾਂਦੇ ਹੋ, ਉਹੀ ਚਿੱਟਾ ਕੁੜਤਾ ਪਜਾਮਾ ਪਾ ਕੇ ਉਹੀ ਜੀ ਪੱਗ ਬੰਨ ਕੇ ਇੱਕ ਵਰਕਰ ਟਾਈਪ ਹੀ ਲੱਗਦਾ ਬੰਦਾ। ਫਿਰ ਉਹ ਮੋਟਰਸਾਈਕਲ ਤੇ ਵੀ ਬੈਠ ਜੇ, ਕਿਸੇ ਦੇ ਪਿੱਛੇ ਕਦੇ ਸਕੂਟਰ ਤੇ ਬੈਠ ਜੇ, ਤਾਂ ਪਛਾਣ ਬਿਲਕੁਲ ਹੀ ਲੱਗਦਾ ਇਹ ਸੀ ਵੀ ਐਮਐਲਏ ਤੇ ਉਹ ਜਿਹੜੀ ਸੰਦੀਪ ਪਾਠਕ ਦੀ ਤਾੜ ਤਪ ਸੀ ਨਾ, ਉਹਦਾ ਅਸਰ ਅੱਜ ਤੱਕ ਦਿਖਾਈ ਦਿੱਤਾ ਹੈ। ਵੀ ਤੁਸੀਂ ਜੇ ਨਹੀਂ ਗਏ ਨਾ ਉੱਥੇ, ਦੇਖਿਓ ਪੁੱਠਾ ਟੱਕ ਦਾਂਗੇ। ਗੱਲ ਇਹ ਹੋਊਗੀ, ਤੁਹਾਡੀ ਜ਼ਿੰਮੇਵਾਰੀ ਹੋਊਗੀ ਇਕੱਲੇ ਇਕੱਲੇ ਦੀ, ਜੇ ਤੁਸੀਂ ਆਹ ਨਾ ਕੀਤਾ। ਪਰ ਇਹ ਬੜਾ ਹਾਸੋਹੀਣਾ ਨਾ ਗੱਲ ਹੈ। ਦੇਖੋ 4 ਐਮਐਲਏ ਲਗਭਗ, ਕੁਝ ਦੇ ਖਿਲਾਫ ਐਫਆਈਆਰ ਵੀ ਹੋਈ ਤੇ ਬਾਕੀ ਬੰਦੇ ਵੀ ਫੜੇ ਗਏ, ਬਹਾਨੇ ਬਹੂਨੇ ਲਾਉਂਦੇ ਰਹੇ, ਹਿੰਸਾ ਤੋਂ ਬਿਲਕੁਲ ਟਲਿਆ। ਪਰ ਇਹ ਗੱਲ ਮੇਰਾ ਖਿਆਲ ਹੈ ਇੱਕ ਲక్ష్మణ ਰੇਖਾ ਹੁੰਦੀ ਹੈ। ਤੁਸੀਂ ਖੇਡ ਦੇ ਨਿਯਮ ਹੁੰਦੇ ਨੇ, ਰੂਲ ਹੁੰਦੇ ਨੇ, ਇਹਦੇ ਤੋਂ ਸਗੋਂ ਉਲਟ ਨਜ਼ਰ ਆਉਂਦਾ। ਜੇ ਤੁਸੀਂ ਚੰਗੇ ਤਰੀਕੇ ਨਾਲ ਜਿੱਤ ਵੀ ਜਾਓ ਨਾ, ਤਾਂ ਲੋਕ ਕਹਿੰਦੇ ਨੇ ਵੀ ਇਹ ਤਾਂ ਗੁੰਡਾਗਰਦੀ ਕੀਤੀ ਹੈ ਜੀ, ਤੁਸੀਂ ਬਾਕੀ ਦੀ ਚੱਲਣ ਨਹੀਂ ਦਿੱਤੀ, ਸਾਡੀ ਹੋ ਗਈ। ਇਹ ਗੱਲਾਂ ਉਹ ਮਤਲਬ ਉਹ 'ਚ ਰੰਗ 'ਚ ਭੰਗ ਪਾਉਣ ਵਾਲੀਆਂ ਹੁੰਦੀਆਂ ਨੇ। ਜਾਂ ਜੇ ਹਾਰ ਗਏ ਫਿਰ ਲੋਕ ਇਹ ਕਹਿਣਗੇ ਵੀ ਇਹਨਾਂ ਨੂੰ ਤਾਂ ਪਹਿਲਾਂ ਹੀ ਦਿਖਣ ਲੱਗ ਗਿਆ ਸੀ, ਅਸਲ 'ਚ ਤਾਂ ਜਾ ਕੇ ਉੱਥੇ ਗੱਲ ਕਰਨ ਲੱਗੇ ਸੀ, ਇਹੋ ਜਿਹਾ ਹੇਰਾਫੇਰੀ ਅਸੀਂ ਕਰਨ ਨਹੀਂ ਦਿੱਤੀ, ਜਾਂ ਇੱਕ ਇਹ ਤਰੀਕਾ ਹੋਏਗਾ। ਅਸਲ ਦੇ ਵਿੱਚ ਇੱਕ ਗੱਲ ਹੁੰਦੀ ਹੈ, ਮੇਰੇ ਖਿਆਲ ਹੁਣ ਸਾਡੇ ਇੱਕ ਗੱਲ ਪੱਲੇ ਜਿਹੜੀਆਂ ਸਿਆਸੀ ਪਾਰਟੀਆਂ ਨੂੰ ਪਤਾ ਲੱਗ ਗਿਆ ਕਿ ਚੋਣਾਂ ਦੇ ਦੌਰਾਨ ਜਿਹੜੇ ਪਰਚੇ ਦਰਜ ਹੁੰਦੇ ਨੇ, ਇਹ ਪਰਚੇ ਤਾਂ ਦਰਜ ਹੁੰਦੇ ਨੇ, ਇਹ ਨਹੀਂ ਕਿ ਸੱਤਾਧਾਰੀ ਤੇ ਨਹੀਂ ਹੁੰਦਾ, ਉਹਨਾਂ ਤੇ ਵੀ ਹੋ ਜਾਂਦਾ। ਜਦੋਂ ਕਿਤੇ ਕੜੱਕੀ 'ਚ ਫਸ ਜਾਂਦਾ ਕਮਿਸ਼ਨ ਜਾਂ ਡਿਪਟੀ ਕਮਿਸ਼ਨਰ, ਤੇ ਰੋਹ ਸਰਕਾਰ ਦਾ ਇੱਥੇ ਹੀ ਹੈ ਨਾ। ਜੇ ਤੁਸੀਂ ਨੈਸ਼ਨਲ ਲੈਵਲ ਤੱਕ ਪਹੁੰਚਾਉਣ 'ਚ ਕਾਮਯਾਬ ਹੁੰਦੇ ਹੋ, ਬਹੁਤ ਰੌਲਾ ਪੈ ਜਾਂਦਾ, ਤਾਂ ਕੁਝ ਤੇ ਕਾਰਵਾਈ ਹੋ ਜਾਂਦੀ ਹੈ ਐਫਆਈਆਰ। ਪਰ ਉਦੋਂ ਬਾਅਦ ਉਹਨੂੰ ਕੋਈ ਫੋਲੋ ਨਹੀਂ ਕਰਦਾ, ਉਹ ਵਿੱਚ ਹੀ ਰਹਿ ਜਾਂਦੇ ਆ, ਜਾਂ ਦਬ ਕੇ ਰਹਿ ਜਾਂਦੇ ਨੇ, ਜਾਂ ਕੈਂਸਲ ਹੋ ਜਾਂਦੇ ਨੇ। ਉਹਦੀ ਟਰੇਸ ਕੋਈ ਨਹੀਂ ਕਰਦਾ, ਉਹਦੀ ਫੋਲੋ ਅਪ ਕਦੇ ਨਹੀਂ ਹੁੰਦੀ। ਜਿਹੜੀਆਂ ਪਾਰਟੀਆਂ ਇਸ ਮੌਕੇ ਰੌਲਾ ਪਾਉਂਦੀਆਂ ਨੇ, ਉਹ ਵੀ ਕਦੇ ਨਹੀਂ ਕਰਦੀਆਂ। ਚੋਣ ਕਮਿਸ਼ਨ ਦੇ ਦਾਇਰੇ ਚੋਂ ਨਿਕਲ ਜਾਂਦੇ ਨੇ ਉਹ ਸਾਰੇ ਅਧਿਕਾਰੀ। ਸਟੇਟ ਜਿਹਦੇ ਕੋਲ ਹੁੰਦੀ ਹੈ, ਉਹਦੇ ਪੱਖ 'ਚ ਉਹਨੇ ਕੰਮ ਕੀਤਾ ਹੁੰਦਾ ਹੈ, ਉਹ ਜਾਂਦੇ ਜਾਂਦੇ ਆਪਦੇ ਅਧਿਕਾਰੀਆਂ ਤੋਂ ਉਹਨਾਂ ਦਾ ਸਾਫ਼ ਸਫਾਈਆ ਕਰਾ ਜਾਂਦੇ ਨੇ, ਜਿਹੜੀਆਂ ਵੀ ਚੀਜ਼ਾਂ ਨੇ। ਇਹ ਬਹੁਤ ਵੱਡਾ ਇੱਕ ਪ੍ਰੋਬਲਮ ਹੈ ਕਿ ਰੂਲਿੰਗ ਪਾਰਟੀ ਦੇ ਪੱਖ ਦੇ ਵਿੱਚ ਜਦੋਂ ਬਿਊਰੋਕ੍ਰੇਸੀ ਤੋਂ ਲੈ ਕੇ ਪੋਲੀਟੀਸ਼ੀਅਨ ਤੇ ਬਾਕੀ ਦੇ ਲੋਕ ਕੰਮ ਕਰਦੇ ਨੇ। ਇਸੇ ਕਰਕੇ ਇਲੈਕਸ਼ਨ ਕਮਿਸ਼ਨ ਦੇ ਦੌਰ ਦੇ ਦੌਰਾਨ ਜਿੰਨੇ ਪਰਚੇ ਦਰਜ ਹੁੰਦੇ ਨੇ, ਮੈਂ ਤਾਂ ਕਿਸੇ ਨੂੰ ਸਜ਼ਾ ਨਹੀਂ ਹੁੰਦੀ ਦੇਖੀ, ਕਿਉਂਕਿ ਕੰਟੀਨਿਊ ਉਹਨੂੰ ਫੋਲੋ ਕਰਨ ਵਾਲੀ ਕੋਈ ਸਾਡੇ ਟੀਮ ਹੀ ਹੈ ਨਹੀਂ ਨਾ। ਇਲੈਕਸ਼ਨ ਕਮਿਸ਼ਨ ਫਾਰ ਦੀ ਟਾਈਮ ਬੀਇੰਗ, ਜਦੋਂ ਤੋਂ ਕੋਡ ਲੱਗਦਾ ਹੈ ਉਦੋਂ ਤੋਂ ਪ੍ਰਸ਼ਾਸਨ ਉਹਦੇ ਅਧੀਨ ਆਉਂਦਾ ਹੈ। ਸਭ ਨੂੰ ਪਤਾ, ਆਰਓ ਚਾਹੇ ਡਿਪਟੀ ਕਮਿਸ਼ਨਰ ਲੱਗਿਆ ਹੋਇਆ, ਉਹਨੂੰ ਇਹ ਹੈ ਵੀ ਇਹ ਤਾਂ 13 ਮਈ ਤੋਂ ਬਾਅਦ ਕੰਮ ਖਤਮ ਹੋ ਜਾਣਾ, ਫਿਰ ਇੱਥੇ ਹੀ ਆਉਣਾ ਤੇ ਇਹਨਾਂ ਨੇ ਕਰ ਦੇਣਾ ਜੋ ਵੀ ਕੁਝ ਕਰਨਾ। ਇਸ ਕਰਕੇ ਇਹ ਕਾਫੀ ਵੱਡਾ ਇਸ਼ੂ ਹੈਗਾ, ਔਰ ਇਹ ਇਲੈਕਸ਼ਨ ਕਮਿਸ਼ਨ ਨੂੰ ਵੀ ਔਰ ਰੈਫਰੀ ਔਰ ਰੂਲਸ ਨੂੰ ਵੀ ਇਹਨੂੰ ਸੀਰੀਅਸਲੀ ਦੇਖਣਾ ਪਏਗਾ ਕਿ ਇਹ ਕਿਉਂ ਫੋਲੋ ਨਹੀਂ ਹੁੰਦੇ। ਅਸਲ 'ਚ ਜਿਹੜੀ ਗੱਲ ਤੁਸੀਂ ਪਹਿਲਾਂ ਸ਼ੰਕਾ ਜਿਹਾ ਜ਼ਾਹਰ ਕੀਤਾ ਨਾ ਵੀ ਇਹ ਇੱਥੇ ਕਰ ਗਏ ਨਵੇਂ ਸੀ ਜਾਂ ਕੁਝ ਇਸ ਤਰ੍ਹਾਂ ਦੀ ਗੱਲ, ਸੱਚ ਹੈ। ਜਿਹੜੇ ਪੁਰਾਣੇ ਪੋਲੀਟੀਸ਼ੀਅਨ ਉਹ ਇਹਨਾਂ ਦਿਨਾਂ ਦੇ ਵਿੱਚ ਬੂਥਾਂ ਬਾਥਾਂ ਤੇ ਘੱਟ ਜਾਂਦੇ ਆ, ਬਾਹਰੋਂ ਨਹੀਂ ਆਉਂਦੇ, ਖਾਸ ਤੌਰ ਤੇ ਜਿਮਨੀ ਚੋਣਾਂ 'ਚ। ਸਾਡੇ ਗੁਰਦਾਸਪੁਰ ਜ਼ਿਲ੍ਹੇ ਦੇ ਇਹ ਕੁਝ ਉਦਾਹਰਨਾਂ ਹੁੰਦੀਆਂ ਸੀ। ਇੱਕ ਦੋਵਾਂ ਦੀ ਤਾਂ ਚੰਗੇ ਭਲੇ ਐਮਐਲਏ ਜਾਂ ਵੱਡੇ ਜਥੇਦਾਰਾਂ ਦੀ ਪੱਗ ਵੀ ਲਹਿ ਗਈ। ਉੱਥੇ ਜਿਹੜੇ ਬੂਥ ਉੱਤੇ ਬੈਠੇ ਹੁੰਦੇ ਨਾ ਬੰਦੇ ਆਪਣੇ ਪਿੰਡ ਦੇ ਚੌਧਰੀ ਬਣ ਕੇ, ਉਹ ਨਹੀਂ ਕਿਸੇ ਦੀ। ਸੋ ਪੁਰਾਣੇ ਲੀਡਰ ਕਹਿੰਦੇ ਆਪਣੀ ਇੱਜ਼ਤ ਆਪਣੇ ਹੱਥਾਂ ਤੇ, ਆਪਾਂ ਫਾਹ ਨਹੀਂ ਲੈਣਾ, ਇੱਕ ਸ਼ਾਮ ਪਹਿਲਾਂ ਤੱਕ ਜੋ ਕਰਨਾ ਕਰਾਉਣਾ। ਉਹ ਫਿਰ ਕੈਂਡੀਡੇਟ ਹੀ ਜਾਂ ਉਹਦੇ ਆਪਣੇ ਨਾਮਜ਼ਦ ਕੀਤੇ ਲੋਕ ਹੀ ਉੱਥੇ ਚੈਕਿੰਗ ਚੁਕਿੰਗ ਕਰਨ ਜਾਂਦੇ। ਨਵੇਂ ਸੀ, ਫਸ ਗਏ। ਤੁਸੀਂ ਇੱਕ ਗੱਲ ਬੜੀ ਪਤੇ ਦੀ ਕੀਤੀ ਹੈ ਕਿ ਸੰਦੀਪ ਪਾਠਕ ਨੇ ਕਿਤੇ ਉਸ ਦਿਨ ਦੀ ਜਿਹੜੀ ਗੱਲ ਕਹੀ ਸੀ ਵੀ ਮੈਂ ਇੱਕ ਤੋਂ ਹਿਸਾਬ ਲੈਣਾ, ਇਹ ਹਿਸਾਬ ਦੇਣ ਤਾਂ ਨਹੀਂ ਸੀ ਗਏ। ਇੱਕ ਹੋਰ ਗੱਲ, ਭਗਵੰਤ ਮਾਨ ਜੀ ਨੂੰ ਮੈਂ ਚਾਹੂੰਗਾ ਵੀ ਉਹ ਇੱਕ ਵਾਰੀ ਚੈੱਕ ਚੁੱਕ ਕਰਾ ਲੈਣ। ਕਿਸੇ ਟੀਮ ਨੇ ਇਹ ਤਾਂ ਨਹੀਂ ਕਿਹਾ ਵੀ ਬੂਥ ਤੇ ਜਾ ਕੇ ਫੋਟੋ ਖਿਚਾ ਕੇ ਸੈਲਫੀ ਲੈ ਕੇ ਪਾਉਣੀ ਆ ਗਰੁੱਪ 'ਚ, ਤੇ ਗਰੁੱਪ 'ਚੋਂ ਕਿਤੇ ਲੀਕ ਹੋ ਗਿਆ ਤੇ ਪਤਾ ਲੱਗ ਗਿਆ ਕਾਂਗਰਸੀਆਂ ਨੂੰ ਵੀ ਕਿੱਥੇ ਕਿੱਥੇ। ਐਵੇਂ ਥੋੜਾ ਸ਼ਾਹਕੋਟ ਦੇ ਵਿੱਚ ਭੱਜੇ ਫਿਰਦੇ ਸੀ ਲਾਡੀ ਸ਼ੇਰੋਵਾਲੀਆ, ਤੇ ਪਰਲੇ ਬੰਨੇ ਸਰਬਜੀਤ ਮੱਕੜ ਨੇ ਜਾ ਕੇ ਇੱਕ ਐਮਐਲਏ ਫੜਿਆ ਸੀ ਜਿਹੜਾ ਭੱਜ ਗਿਆ ਬਾਅਦ ਦੇ ਵਿੱਚ ਬਾਈਕ ਤੇ ਬਹਿ ਕੇ। ਸਰਦਾਰ ਜਗਰੂਪ ਸਿੰਘ ਜੀ, ਤੁਸੀਂ ਉੱਥੇ ਜਾ ਕੇ ਵੀ ਆਏ, ਮੌਕੇ ਦੇ ਹਾਲਾਤ ਨੂੰ ਵੀ ਕੁਝ ਦਿਨ ਪਹਿਲਾਂ ਦੇਖਿਆ। ਜਿਹੜੀ ਅੱਜ ਦੀ ਸਥਿਤੀ ਆ ਵੋਟ ਪ੍ਰਤੀਸ਼ਤਤਾ ਦੇ ਨਜ਼ਰੀਏ ਤੋਂ 60 ਦੇ ਆਸ-ਪਾਸ ਟਿਕਣ ਵਾਲੀ ਲੱਗਦੀ ਹੈ। ਇਸ ਤੋਂ ਬਹੁਤੀ ਜ਼ਿਆਦਾ ਫਰਕ ਪੈਣਾ ਨਹੀਂ, 0.2% 58, 57, 56 ਜਾਂ 61 ਤੱਕ ਚਲੇ ਜਾਊਗੀ ਜੇ ਵੱਧ ਤੋਂ ਵੱਧ ਲੰਬੀਆਂ ਲਾਈਨਾਂ ਹੋ ਗਈਆਂ। ਸ਼ਾਮ ਦੀ ਠੰਡਕ ਦਾ ਥੋੜਾ ਲੋਕਾਂ ਨੇ ਲਾਹਾ ਲਿਆ ਤੇ ਲੰਬੀਆਂ ਲਾਈਨਾਂ 'ਚ ਜਾ ਕੇ ਪਾ ਗਏ। ਮੈਂ ਤੁਹਾਡੇ ਤੋਂ ਇਹ ਸਮਝਣਾ ਚਾਹ ਰਿਹਾ ਕਿ ਇਹ
ਸਾਰੀ ਜਿਹੜੀ ਇਲੈਕਸ਼ਨ ਸੀ ਜ਼ਿਮਨੀ ਚੋਣ ਦੀ, ਇਹਨੂੰ ਤੁਸੀਂ ਆਪਣੇ ਨਜ਼ਰੀਏ ਤੋਂ ਕਿਵੇਂ ਦੇਖਿਆ? ਕਿਉਂਕਿ ਸੱਤਾ ਦੋ ਘੁਲ ਰਹੀਆਂ ਸੀਗੀਆਂ। ਬੀਜੇਪੀ ਵਾਲੀ ਜਿਹੜਾ ਪ੍ਰਸ਼ਾਸਨ ਸੀ, ਚੋਣ ਕਮਿਸ਼ਨ ਸੀ, ਉਹਦੇ ਤੇ ਬੀਜੇਪੀ ਦਾ ਵੀ ਅਸਰ ਸੀਗਾ। ਇਸੇ ਕਰਕੇ ਸ਼ਾਇਦ ਕੁਝ ਲੋਕਾਂ ਤੇ ਪਰਚੇ ਦਰਜ ਕਰਨੇ ਪਏ ਹੋਣਗੇ। ਇਹ ਬਾਂਹ ਮਰੋੜਨ ਵਾਲੀ ਰਾਜਨੀਤੀ ਹੈ। ਹੋ ਸਕਦਾ ਦਿੱਲੀ ਤੋਂ ਵੀ ਘੰਟੀਆਂ ਖੜਕਦੀਆਂ ਰਹੀਆਂ ਹੋਣ। ਤੁਸੀਂ ਇਹਨੂੰ ਕਿਵੇਂ ਸਾਰੇ ਦ੍ਰਿਸ਼ ਨੂੰ ਦੇਖਿਆ? ਕਿਉਂਕਿ ਇਸ ਚੋਣ ਦੇ ਨਜ਼ਰੀਏ ਤੋਂ ਤੁਸੀਂ ਪਹਿਲੀ ਵਾਰੀ ਕੈਮਰੇ ਤੇ ਹੋ ਸਾਡੇ ਨਾਲ, ਤੁਸੀਂ ਆਪਣੇ ਅਨੁਭਵ ਜ਼ਰੂਰ ਸਾਂਝੇ ਕਰ ਦਿਓ। ਇੱਕ ਤਾਂ ਜਿਹੜਾ ਸੈਲਫੀ ਵਾਲਾ ਕਲਚਰ ਜਿਹੜਾ ਨਾ, ਤੁਸੀਂ ਮੈਂ ਉੱਥੋਂ ਗੱਲ ਸ਼ੁਰੂ ਕਰਦਾ, ਉਹ ਕਲਚਰ ਬੜਾ ਇਹਨਾਂ ਨੇ ਇਹੀ ਲੈ ਕੇ ਆਏ ਆ। ਬੜੀ ਪੁਰਾਣੀ ਗੱਲ ਵਾ। ਇੱਕ ਕਿਸੇ ਸਾਡੇ ਸੀ ਜਾਣ ਵਾਲੇ ਇੱਕ ਬਣੇ ਸੀ MLA ਸਾਹਿਬ, ਤੇ ਉਹ ਮੈਂ ਵੈਸੇ ਗੱਲ ਕੀਤੀ ਕੀ ਕਰਦੇ ਆ, ਕਹਿੰਦਾ ਜੀ ਸਾਨੂੰ ਸਵੇਰੇ ਸ਼ਾਮ ਜੋ ਅਸੀਂ ਇੱਥੇ ਕਰਦੇ ਆ ਨਾ, ਉਹਦੀ ਸਾਨੂੰ ਨਾ ਜੋ ਕੰਮ ਕਰਦੇ ਆ ਉਹਦੀ ਸੈਲਫੀ ਬਣਾ ਕੇ ਤੇ ਭੇਜਣੀ ਪੈਂਦੀ ਆ। ਇੱਕ 11 ਵਜੇ ਦਾ ਕੀ ਕੰਮ ਕੀਤਾ ਵਾ ਤੇ ਇੱਕ ਸ਼ਾਮ ਨੂੰ ਜੋ 5-6 ਵਜੇ ਦਾ ਕੰਮ ਕੀਤਾ, ਤਾਂ ਕਿ ਉਹ ਸਾਡਾ ਲੇਖਾ ਜੋਖਾ ਵਾ। ਤੇ ਚਲੋ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਮੈਂ ਕਿਹਾ ਯਾਰ MLA ਦਾ ਤਾਂ ਹੋਰ ਬਹੁਤ ਕੰਮ ਹੁੰਦੇ, ਇੰਡੀਪੈਂਡੈਂਟ ਹੋਣਾ ਚਾਹੀਦਾ, ਆਟੋਨੋਮਸ ਹੋਣਾ ਚਾਹੀਦਾ। ਜਿਹੜਾ ਇਹਦੇ ਵਿੱਚ ਨਹੀਂ ਹੈਗਾ, ਕਿ ਇਹਦੀ ਸਭ ਤੋਂ ਵੱਡੀ ਜਿਹੜੀ ਇਹ ਸਾਰਾ ਵਰਤਾਰਾ ਹੋ ਰਿਹਾ ਨਾ, ਉਹਦੇ ਵਿੱਚੋਂ ਇਹ ਪਾਰਟ ਜਿਹੜਾ ਵਾ, ਇਹ ਬੇਸਿਕਲੀ ਡੀਸੈਂਟਰਲਾਈਜੇਸ਼ਨ ਹੀ ਹੈਗੀ। ਇਹ ਅਲਟਰਾ ਸੈਂਟਰਲਾਈਜੇਸ਼ਨ ਹੈਗੀ ਆ। ਡੀਸੈਂਟਰਲਾਈਜੇਸ਼ਨ ਇਹਨਾਂ ਨੇ ਓਬੀਡੀਐਂਸ ਦਿੱਤੀ ਆ, ਔਰ ਉਸੇ ਓਬੀਡੀਐਂਸ ਦੇ ਵਿੱਚ ਜਿਹੜਾ ਤੁਸੀਂ ਨਾਂ ਲਿਆ ਸੀ ਸ਼ਾਇਦ ਪਾਠਕ ਸਾਹਿਬ ਦਾ, ਉਹਦੀ ਜਿਹੜੀ ਓਬੀਡੀਐਂਸ ਦੇ ਤੌਰ ਦੇ ਉੱਤੇ ਜਿਹੜਾ ਆ ਸਾਰਾ ਜਿਹੜੀ ਜੋ ਵੀ ਕੁਝ ਵਰਤਾਰਾ ਹੋਇਆ, ਜੋ ਭਾਣਾ ਵਾਪਰਿਆ ਵਾ, ਉਹਦੇ ਵਿੱਚੋਂ ਵਾਪਰਿਆ। ਦੂਸਰੀ ਜਿਹੜੀ ਗੱਲ ਤੁਸੀਂ ਕਹੀ ਆ, ਉਹ ਬਹੁਤ ਮੇਰੇ ਲਈ ਤੇ ਇਹ ਸੀਗਾ ਕਿ ਆਮ ਤੌਰ ਤੇ ਮੈਨੂੰ ਲੱਗਦਾ ਸੀ ਵੀ 1 ਸਾਲ ਰਹਿ ਗਿਆ, ਜਿਹੜਾ ਹੈਗਾ 1 ਸਾਲ ਤੋਂ ਘੱਟ ਸਮਾਂ ਹੈ, 8-9 ਮਹੀਨੇ ਜਿਹੜੀ ਹੈਗੀ ਆ ਪਾਰਲੀਮੈਂਟ ਦੀ ਸਾਰੀ ਟੈਨਿਓਰ ਰਹਿ ਗਈ ਆ। ਕਿਉਂਕਿ ਦਸੰਬਰ ਦੇ ਵਿੱਚ, ਜਨਵਰੀ ਦੇ ਵਿੱਚ ਸ਼ਾਇਦ ਕੋਡ ਲੱਗ ਜਾ, ਫਰਵਰੀ ਚ ਕੋਡ ਲੱਗ ਜਾਂਦਾ ਹੁੰਦਾ ਵਾ। ਤੇ ਇਸ ਕਰਕੇ ਕੋਈ ਬਹੁਤਾ ਜ਼ਿਆਦਾ ਨਹੀਂ। ਇੱਕ ਨੈਸ਼ਨਲ ਅਸੈਂਬਲੀ ਦੀ ਹੈਗੀ ਆ, ਇਹਦੇ ਨਾਲ ਨਾ ਤਾਂ ਸਰਕਾਰ ਟੁੱਟਣੀ ਆ, ਨਾ ਸਰਕਾਰ ਬਣਨੀ ਆ। ਪਰ ਇਹ ਜ਼ਰੂਰ ਹੈ ਕਿ ਪੰਜਾਬ ਦੇ ਵਿੱਚ ਬਾਈਪੋਲੈਰਿਟੀ ਦੇ ਉੱਤੋਂ ਜਿਹੜੀ ਬਾਈਪੋਲਰ ਪੋਲਿਟਿਕਸ ਸੀ, ਹੁਣ ਜਿਹੜੀ ਚਾਰ ਧਿਰੀ ਜਿਹੜੀ ਆ ਉਹ ਰਾਜਨੀਤੀ ਜਿਹੜੀ ਆ ਇਸ ਵੇਲੇ ਡਿਵੈਲਪ ਹੋਈ ਆ। ਔਰ ਚਾਰੇ ਧਿਰਾਂ ਜਿਹੜੀਆਂ ਆਪਣੇ ਆਪਣੇ ਤਰੀਕੇ ਦੇ ਨਾਲ ਜਿਹੜਾ ਉਹ ਸਾਰੀ ਇਹਦੇ ਵਿੱਚ ਮਾਸ ਮੋਬਿਲਾਈਜੇਸ਼ਨ ਕਰਦੀ ਆ। ਮੈਨੂੰ ਇਹ ਲੱਗਦਾ ਕਿ ਜਿਹੜੀ 60% ਜਾਂ 62% ਬਣੀ ਆ, ਕਿ ਜਿਹੜੀ ਚਾਰ ਪਾਰਟੀਆਂ ਦੀ ਜਿਹੜੀ ਇਸ ਵੇਲੇ, ਕਿਉਂਕਿ ਅਗਲਾ 2024 ਆਉਣ ਵਾਲਾ ਵਾ, ਉਹਦੇ ਲਈ ਆਪਣੀ ਜਿਹੜੀ ਖਾਸ ਕਰਕੇ ਇੱਕ ਇਮੇਜ ਦੇਣਾ, ਇੱਕ ਪਰਸੈਪਸ਼ਨ ਦੇਣੀ ਲੋਕਾਂ 'ਚ ਕਿ ਸਾਡੀ ਮਕਬੂਲੀਅਤ ਜ਼ਿਆਦਾ ਹੈਗੀ ਆ, ਜਾਂ ਇਸ ਕਿਸਮ ਦਾ ਜਿਹੜਾ ਲੋਕਾਂ ਦੇ ਵਿੱਚ ਇੰਪ੍ਰੈਸ਼ਨ ਦੇਣਾ ਕਿ ਭਾਈ ਦੇਖੋ ਅਸੀਂ ਉਹਦੇ ਵਿੱਚ ਵੱਡੀ ਧਿਰ ਬਣਾਂਗੇ। ਪਰ ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜੀ ਮੋਬਿਲਾਈਜੇਸ਼ਨ ਹੋਈ ਆ, ਜਾਂ ਜਿਹੜੀ ਇਸ ਕਿਸਮ ਦੀ, ਠੀਕ ਆ ਬੀਜੇਪੀ ਆਪਣਾ ਪਾਣੀ ਟੈਸਟ ਕਰ ਰਹੀ ਆ, ਅਕਾਲੀ ਦਲ ਔਰ ਜਿਹੜਾ ਬਹੁਜਨ ਸਮਾਜ ਪਾਰਟੀ ਦੀਆਂ ਪਿਛਲੇ ਸਾਲ ਜਿਹੜੀਆਂ ਟੋਟਲ ਵੋਟਾਂ ਆਪਾਂ ਮਿਲਾ ਦਈਏ ਤੇ ਉਹਦੇ ਨਾਲ ਜਿਹੜਾ ਸੀ 2,20,000 2 ਲੱਖ ਵੋਟ ਜ਼ਿਆਦਾ ਬਣ ਜਾਂਦੀ ਸੀਗੀ। ਜਿਹੜਾ ਵਿਨਿੰਗ ਕੈਂਡੀਡੇਟ ਚੌਧਰੀ ਸਾਹਿਬ ਸੀ, ਜਿਹੜੇ 20,000 ਵੋਟਾਂ ਦੇ ਫਰਕ ਦੇ ਨਾਲ ਹੀ ਜਿੱਤੇ ਸੀਗੇ। ਸੋ ਜਿਹੜਾ ਬਹੁਜਨ ਸਮਾਜ ਪਾਰਟੀ ਦਾ ਜਿਹੜਾ ਕੈਂਡੀਡੇਟ ਸੀਗਾ, ਉਹਨੂੰ ਸ਼ਾਇਦ 2,20,000 ਵੋਟ ਮਿਲੀ ਸੀਗੀ। ਤੇ ਜਿਹੜੇ ਅਕਾਲੀ ਦਲ ਦੇ ਸੀ, ਜਿਹੜੇ ਹੁਣ ਸ਼ਾਇਦ ਬੀਜੇਪੀ ਚਲੇ ਗਏ ਆ, ਅਟਵਾਲ ਸਾਹਿਬ ਸੀ ਸ਼ਾਇਦ, ਇਹਨਾਂ ਨੂੰ 3,40,000 ਮਿਲੀ ਸੀਗੀ। ਤੇ ਜਿਹੜਾ ਜਿੱਤੇ ਸੀ ਉਹਨਾਂ ਨੂੰ ਸ਼ਾਇਦ 3,60,000 ਵੋਟ ਸੀਗੀ ਉਹਦੇ ਵਿੱਚੋਂ। ਤੇ ਜਿਹੜਾ ਆਮ ਆਦਮੀ ਪਾਰਟੀ ਦਾ ਸੀ, ਉਹਨੂੰ ਮਿਲਿਆ ਸੀ 40-45,000 ਦੇ ਕਰੀਬ ਵੋਟ ਹੈਗੀ ਸੀ। ਹੁਣ ਕਿਉਂਕਿ ਇਹ ਜਿਹੜੀ ਗਹਿ ਚ ਲੜਾਈ ਹੋ ਰਹੀ ਆ, ਇਹ ਲੜਾਈ ਪਾਵਰ ਨਾਲੋਂ ਜ਼ਿਆਦਾ ਪ੍ਰੈਸਟੀਜ ਦੀ ਹੈਗੀ ਆ। ਜਿਹੜਾ ਰੂਲਿੰਗ ਪਾਰਟੀ ਆ, ਜਿੱਦਾਂ ਸਰਦਾਰ ਸਾਹਿਬ ਉਹਨਾਂ ਨੇ ਕਿਹਾ ਕਿ ਜਿੱਦਾਂ ਦੁੱਧ ਦਾ ਪੰਜਾਬੀ 'ਚ ਹੈਗਾ ਨਾ, ਜਿਹੜਾ ਦੁੱਧ ਤੋਂ ਸੜ ਜਾਂਦਾ ਵਾ, ਉਹ ਲੱਸੀ ਨੂੰ ਫੂਕਾ ਮਾਰ ਪੀਂਦਾ ਵਾ। ਇਹਨਾਂ ਨੇ ਜੋ ਵਰਤਾਰਾ ਇਹਨਾਂ ਦਾ ਸੰਗਰੂਰ ਸੀ, ਟੇਕਨ ਫਾਰ ਗ੍ਰਾਂਟਡ। ਸਮੱਸਿਆ ਇਹਨਾਂ ਦੀ ਇਹ ਆ ਕਿ ਕਹਿਣੀ ਤੇ ਨਹੀਂ ਗੱਲ ਬਣਦੀ, ਪਰ ਆ ਪੋਲੀਟੀਕਲਨੈਸ ਬਹੁਤ ਜ਼ਿਆਦਾ ਹੈਗਾ। ਜਿੱਤ ਗਏ ਲੋਕਾਂ ਨੇ, ਪਾਰਟੀ ਨੂੰ ਕਰਕੇ ਵੋਟਾਂ ਪਾਤੀਆਂ। ਦੂਸਰੇ, ਇਹਨਾਂ ਨੂੰ ਬਾਈ ਡਿਫਾਲਟ ਵੋਟ ਜ਼ਿਆਦਾ ਪਈ ਸੀਗੀ। ਇਹਨਾਂ ਨੇ ਇਹਨੂੰ ਲੋਕਾਂ ਨੂੰ ਜਿਹੜੀ ਹੈਗੀ ਹੈ, ਲੋਕਾਂ ਦੇ ਕੌਨਫੀਡੈਂਸ ਨੂੰ ਇੱਕ ਟੇਕਨ ਫਾਰ ਗ੍ਰਾਂਟਡ ਲਿਆ ਕਿ ਜਿੱਥੇ ਇਹਨਾਂ ਨੇ ਲੋਕਾਂ ਨੇ ਪਰਵਾਹ ਨਹੀਂ ਕੀਤੀ। ਡਿਸਕਨੈਕਟ ਬਹੁਤ ਹੋਇਆ। ਇਹ ਸੰਗਰੂਰ ਵੇਲੇ ਵੀ ਡਿਸਕਨੈਕਟ ਸ਼ੁਰੂ ਹੋ ਗਿਆ ਸੀਗਾ। ਹੌਲੀ ਹੌਲੀ ਇਹਨਾਂ ਨੂੰ ਇਹ ਲੱਗਾ ਕਿ ਹੁਣ ਅਸੀਂ ਉਤੋਂ ਹਾਰੇ ਆ। ਦੂਸਰੇ ਪਾਸੇ ਕਿਉਂਕਿ 1 ਸਾਲ ਹੋ ਗਿਆ, ਔਰ 1 ਸਾਲ ਦੇ ਵਿੱਚ ਕਿੰਤੂ ਪਰੰਤੂ ਵੀ ਇਕੱਠੇ ਹੋਏ ਆ। ਜਿਸ ਆਦੇਸ਼ਾਂ ਨੂੰ ਲੈ ਕੇ ਇਹ ਪਾਰਟੀ ਚੱਲੀ ਸੀਗੀ, ਹੌਲੀ ਹੌਲੀ ਰਵਾਇਤੀ ਪਾਰਟੀਆਂ ਵਾਲੇ ਪਾਸੇ ਵਾਲੀ ਜਿਹੜੀ ਆ ਇਹ ਤੁਰ ਗਈ ਆ। ਤੇ ਮੈਨੂੰ ਲੱਗਦਾ ਕਿ ਇਹਦੇ ਵਿੱਚ ਜਿਸ ਕਿਸਮ ਦਾ ਕੰਪੀਟੀਸ਼ਨ ਕ੍ਰੀਏਟ ਕੀਤਾ, ਇਹਦੇ ਵਿੱਚ ਬਹੁਤਾ ਵੱਡਾ ਰੋਲ ਜਿਹੜਾ ਹੈਗਾ ਉਹ ਰੂਲਿੰਗ ਪਾਰਟੀ ਦਾ ਹੈ। ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ, ਚਾਹੇ ਕੇਜਰੀਵਾਲ ਸਾਹਿਬ ਸੀ ਜਾਂ ਭਗਵੰਤ ਮਾਨ ਸੀਗੇ, ਜਾਂ ਉੱਥੇ ਜਾ ਕੇ ਇਹ ਪਤਾ ਲੱਗਾ ਕਿ ਜਿਹੜੇ ਰੂਲਿੰਗ ਪਾਰਟੀ ਵਾਲੇ ਜਿਸ ਕਿਸਮ ਦੇ ਤਰੀਕੇ ਵਰਤਦੇ ਸੀਗੇ, ਖਾਸ ਕਰਕੇ ਜਿਹੜੇ ਪਿੰਡਾਂ ਦੇ ਸਰਪੰਚਾਂ ਦੇ ਤੌਰ ਤੇ। ਅਜੇ ਕਿ ਮੈਂ ਇੱਕ ਇਹਨਾਂ ਦੇ ਬੰਦੇ ਨੂੰ ਕਿਹਾ, ਉਹ ਭਾਈ ਸਰਪੰਚਾ ਜਿੱਧਰ ਸਰਪੰਚ ਤੁਰ ਪੈਂਦਾ ਵਾ, ਉਧਰ ਤੇ ਲੋਕ ਪਿੰਡ ਦੇ ਦੂਸਰੇ ਪਾਸੇ ਤੁਰ ਪੈਂਦੇ ਆ। ਕਿਉਂਕਿ ਸਰਪੰਚ ਤੇ ਕਦੀ ਵੀ ਆਮ ਤੌਰ ਤੇ ਕੋਈ ਐਕਸੈਪਸ਼ਨ ਨੂੰ ਛੱਡ ਕੇ ਲੋਕਾਂ ਦੀ ਮਰਜ਼ੀ ਦੇ ਖਿਲਾਫ ਬਣੇ ਹੁੰਦੇ ਆ। ਉਹ ਤਰੀਕੇ ਅਡਾਪਟ ਕਰਦੇ, ਔਰ ਉਹ ਤਰੀਕੇ ਅਡਾਪਟ ਕਰਨ ਦੇ ਨਾਲ ਹੋਇਆ ਕਿ ਦੂਸਰੀਆਂ ਪਾਰਟੀਆਂ ਵੀ ਐਕਟੀਵੇਟ ਹੋ ਗਈਆਂ। ਔਰ ਇਹ ਜਿਹੜਾ ਐਕਟੀਵੇਸ਼ਨ ਹੈਗੀ ਆ, ਜਿਹੜੀ ਮੋਬਿਲਾਈਜੇਸ਼ਨ ਹੈਗੀ ਆ,
ਜਾਂ ਜਿਹੜੀ ਪਰਸੈਂਟੇਜ ਆਫ ਵੋਟ ਇਨਕਰੀਜ਼ ਕਰ ਰਹੀ ਆ, ਇਹ ਚੌਂ ਪਾਸਿਓਂ ਜਿਹੜਾ ਉਹਨਾਂ ਦਾ ਕੇਡਰ ਹੈਗਾ, ਖਾਸ ਕਰਕੇ ਕੇਡਰ ਨਾ ਕਹੀਏ, ਤਰੀਕੇ ਜਿਹੜੇ ਅਡਾਪਟ ਕਰਦੇ ਆ, ਜਿਹੜੇ ਉਸ ਤਰੀਕੇ ਨਾਲ ਸਾਹਮਣੇ ਨਹੀਂ ਆਉਂਦੇ, ਉਹ ਲੋਕਾਂ ਨੂੰ ਪੋਲਿੰਗ ਸਟੇਸ਼ਨ ਵਾਲੇ ਪਾਸੇ ਲੈ ਕੇ ਜਾ ਰਿਹਾ। ਕਿਉਂਕਿ ਮੈਂ ਜਦੋਂ ਆਪਾਂ ਗੱਲ ਕੀਤੀ ਸੀ ਪਹਿਲਾਂ ਅਨਅਫੀਸ਼ੀਅਲੀ ਕਿ ਇੱਕ ਦਿਨ ਬਾਅਦ ਜਿਹੜੀ ਹੈਗੀ ਆ ਪਿਕਚਰ ਬਦਲਣ ਰਹੀ ਆ, ਵਿਚਾਰਧਾਰਾ ਦੀ ਅਣਹੋਂਦ ਹੈਗੀ ਆ। ਹੁਣ ਵਿਚਾਰਧਾਰਾ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ, ਸਿਵਾਏ ਕਾਂਗਰਸ ਤੋਂ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਜਿਹੜਾ ਕੈਂਡੀਡੇਟ ਹੈਗਾ ਵਾ ਉਹ ਆਪਣਾ ਓਰੀਜਨਲ ਜਿਹੜਾ ਹੁੰਦਾ ਸੀ ਕੇਡਰ ਚੋਂ ਪੈਦਾ ਕੀਤਾ ਕੈਂਡੀਡੇਟ ਨਹੀਂ ਹੈਗਾ। ਇਸ ਕਰਕੇ ਹੋਰ ਬਹੁਤ ਸਾਰੇ ਮੁੱਦੇ ਇੱਕ ਦੂਜੇ ਨੂੰ ਐਕੁਜੀਸ਼ਨ ਮਤਲਬ ਅਕਿਊਜ਼ ਕਰਦੇ ਆ, ਉਹ ਉਹਨੂੰ ਕਰਦੇ ਆ, ਇਹਨੂੰ ਕਰਦੇ ਆ। ਅਸਲੀ ਮੁੱਦੇ ਜਿਨ੍ਹਾਂ ਮੁੱਦਿਆਂ ਦੇ ਉੱਤੇ ਇਸ ਪਾਰਟੀ ਨੂੰ ਕਿਸੇ ਸਮੇਂ ਸਮਝਿਆ ਜਾਂਦਾ ਸੀਗਾ ਕਿ ਉਹ ਮੁੱਦੇ ਲੈ ਕੇ ਅੱਗੇ ਵਧੂਗੀ, ਉਹਨਾਂ ਮੁੱਦਿਆਂ ਨੂੰ ਲਾਂਭੇ ਛੱਡ ਕੇ ਰਵਾਇਤੀ ਪਾਰਟੀਆਂ ਨਾਲ ਉਸੇ ਕਿਸਮ ਦਾ ਕੰਪੀਟੀਸ਼ਨ ਪੈਦਾ ਕਰਤਾ। ਹਾਂ, ਰੂਲਿੰਗ ਪਾਰਟੀ ਦੇ ਵਿੱਚ ਹੈਗੇ ਆ, ਰਿਸੋਰਸ ਜ਼ਿਆਦਾ ਹੈਗੇ ਆ, ਮਸ਼ੀਨਰੀ ਵੀ ਹੈਗੀ ਉਹਦੇ ਵਿੱਚੋਂ। ਇਸ ਕਰਕੇ ਇਹ ਜਿਹੜੀ ਲੜਾਈ ਆ ਜਾਂ ਜਿਸ ਕਦੀ ਜਿਹੜਾ ਇਹ ਇਲੈਕਸ਼ਨ ਹੈਗੀ ਆ, ਇਹ ਵੱਡੀ ਹੱਦ ਤੱਕ ਇਹ ਮੀਨਿੰਗਲੈਸ ਜੀ ਬਣਦੀ ਜਾ ਰਹੀ ਆ। ਇਹਦਾ ਮਕਸਦ ਇਹ ਨਹੀਂ ਹੈ, ਜੇ ਆਮ ਆਦਮੀ ਪਾਰਟੀ ਇਹ ਚੋਣ ਜਿੱਤ ਜਾਂਦੀ ਆ ਤਾਂ ਇੱਕ ਬੈਟਲ ਜਿੱਤਦੀ ਆ, ਜਿਹੜੀ 24 ਦੀ ਵਾਰ ਹੈਗੀ ਆ ਉਹਦੇ ਸਾਹਮਣੇ ਖੜੀ ਆ। ਪਰ ਜਿੰਨਾ ਜ਼ੋਰ, ਜਿੰਨੇ ਰਿਸੋਰਸ, ਜਿੰਨਾ ਤਾਣਾ ਬਾਣਾ ਇਹਨੇ ਇਹਦੇ ਵਿੱਚ ਲਾਤਾ, ਤੇ ਮੈਨੂੰ ਲੱਗਦਾ ਕਿ ਇਹ ਆਪਣੇ ਆਪ ਨੂੰ ਐਗਜ਼ਾਸਟ ਕਰਨ ਵਾਲੇ ਪਾਸੇ ਵੱਲ ਚੱਲ ਪਈ ਆ। ਦੂਸਰੀਆਂ ਪਾਰਟੀਆਂ ਮੰਝੀਆਂ ਪਾਰਟੀਆਂ ਵਾ, ਬੀਜੇਪੀ ਨੂੰ ਬਹੁਤਾ ਫਰਕ ਨਹੀਂ ਪੈਂਦਾ, ਐਗਜ਼ਾਸਟ ਕਰ ਦਿੱਤਾ। ਜੇ ਹੁਣ ਹੀ ਐਗਜ਼ਾਸਟ ਹੋ ਗਈ, ਖੁਦਾ ਨਾ ਖਾਸਤਾ ਇਹ ਇਲੈਕਸ਼ਨ ਇਹਦੇ ਫੇਵਰ 'ਚ ਨਹੀਂ ਜਾਂਦੀ, ਤੇ ਮੈਨੂੰ ਲੱਗਦਾ ਕਿ ਇਹਦੇ ਲਈ ਬਹੁਤ ਵੱਡਾ ਸੀਰੀਅਸ ਕ੍ਰਾਈਸਿਸ ਸ਼ੁਰੂ ਹੋ ਜਾਊਗਾ। ਉਹਦਾ ਰੀਜ਼ਨ ਇਹ ਹੈ ਕਿ ਇਹਦੇ ਕੋਲ ਦੂਸਰੀਆਂ ਪਾਰਟੀਆਂ ਕੋਲ ਕੋਈ ਮਾੜਾ ਮੋਟਾ ਕੇਡਰ ਹੈਗਾ, ਮਾੜਾ ਮੋਟਾ ਕੋਈ ਢਾਂਚਾ ਹੈਗਾ, ਮਾੜਾ ਮੋਟਾ ਕਿਤੇ ਨਾ ਕਿਤੇ ਥੋੜਾ ਬਹੁਤਾ ਦੀਨ ਅਮਾਨ ਹੈਗਾ। ਇਸ ਪਾਰਟੀ ਦੇ ਵਿੱਚ ਵੱਡੇ ਪੱਧਰ ਤੇ ਜਿਹੜੇ ਇਹਦੇ ਲੀਡਰ ਬਣੇ ਆ ਜਾਂ ਜਿਹੜੇ ਇਹਦੇ ਨਾਲ ਤੁਰੇ ਫਿਰਦੇ ਆ, ਉਹ ਮੋਸਟਲੀ ਸਾਰੇ ਦੂਸਰੇ ਪਾਸੇ ਵੱਲੋਂ ਆਏ ਆ। ਇਸ ਕਰਕੇ ਇਹਦੇ ਲਈ ਜਿੱਤਣਾ ਇਹ ਜ਼ਰੂਰੀ ਆ ਕਿ ਘੱਟੋ ਘੱਟ ਅਗਲੇ 8-10 ਮਹੀਨੇ ਜਿਹੜਾ ਹੈਗਾ ਵਾ ਉਹ ਆਪਣਾ ਉਹ ਭਰਮ ਭਾਵ ਬਣਾਈ ਰੱਖੇ, ਤਾਂ ਕਿ ਇਹ 2024 ਦੇ ਵਿੱਚ ਲੋਕਾਂ ਦੇ ਵਿੱਚ ਇਹ ਚੀਜ਼ ਲੈ ਕੇ ਚੱਲੇ ਵੀ ਅਸੀਂ ਵੀ ਇਹਦੇ ਵਿੱਚ ਪਲੇਅਰ ਹੈਗੇ ਆ। ਜੀ, ਸਰਦਾਰ ਹਮੀਰ ਸਿੰਘ ਦੀ ਬੜੀ ਡਿਟੇਲ ਦਿੱਤੀ ਹੈ ਪ੍ਰੋਫੈਸਰ ਸਾਹਿਬ ਨੇ। ਇਹ ਵੈਸੇ ਵੀ ਮਾਹਿਰ ਹੈਗੇ ਨੇ, ਦੂਰੋਂ ਵੀ ਔਰ ਵਿੱਚ ਵੜ ਕੇ ਵੀ ਖੇਡ ਰਹੀਆਂ ਧਿਰਾਂ ਨੂੰ ਮਾਪ ਵੀ ਲੈਂਦੇ ਆ, ਇਹਨਾਂ ਨੂੰ ਚੈੱਕ ਕਰਨਾ ਆਉਂਦਾ ਹੈ। ਅੰਕੜਿਆਂ ਦੀ ਗੇਮ ਦੇ ਵਿੱਚ ਵੀ ਇਹ ਕਾਫੀ ਸਮਰੱਥ ਹੈਗੇ ਨੇ ਸਮਝਣ ਦੇ। ਔਰ ਜਿਸ ਤਰ੍ਹਾਂ ਦੀ ਸਥਿਤੀ ਅੱਜ ਹੈ, ਅੱਜ ਆਪਾਂ ਹੁਣ ਖੜੇ ਆ ਜਿੱਥੇ, ਇੱਥੇ ਜੇ ਤਾਂ ਐਗਜ਼ਿਟ ਪੋਲ ਵੀ ਆਉਣੇ ਸ਼ੁਰੂ ਹੋ ਗਏ ਨੇ, ਔਰ ਜਿਸ ਤਰ੍ਹਾਂ ਦੀ ਅਮੂਮਨ ਇਹ ਗੱਲ ਮੰਨੀ ਜਾ ਰਹੀ ਸੀਗੀ ਪ੍ਰੋਫੈਸਰ ਸਾਹਿਬ ਦੀ ਨਜ਼ਰ ਤੋਂ ਵੀ, ਜਿੰਨਾ ਜ਼ੋਰ ਸੱਤਾਧਾਰੀਆਂ ਲਾਤਾ, ਜੇ ਇੰਨਾ ਜ਼ੋਰ ਲੱਗਣ ਤੋਂ ਬਾਅਦ ਇਹ ਹਾਰ ਜਾਂਦੇ ਨੇ, ਇਹਨਾਂ ਲਈ ਬਹੁਤ ਮੁਸ਼ਕਲ ਹੋ ਜਾਊਗਾ ਅਗਲੇ ਸਮੇਂ ਦੇ ਵਿੱਚ ਕੋਈ ਰਣਨੀਤੀ ਬਣਾਉਣਾ। ਔਰ ਵਰਕਰਾਂ ਦੇ ਵਿੱਚ ਨਿਰਾਸ਼ਾ ਵੀ ਆਊਗੀ, ਲੀਡਰਸ਼ਿਪ ਦੇ ਵਿੱਚ ਨਿਰਾਸ਼ਾ ਵੀ ਆਊਗੀ। ਲੋਕ ਇਹਦੇ ਨਾਲ ਹੋਰ ਜ਼ਿਆਦਾ ਡਿਸਟੈਂਸ ਤੇ ਚਲੇ ਜਾਣਗੇ। ਇੱਕ ਅਗਲੀ ਗੱਲ ਜਿਹੜੀ ਸੀਗੀ ਕਿ ਅੱਜ ਖੜੇ ਹੋ ਕੇ ਤੁਸੀਂ ਬਾਕੀ 4 ਪਾਰਟੀਆਂ ਨੂੰ, 3 ਵੱਡੀਆਂ ਤੇ ਇੱਕ ਸਿਮਰਨਜੀਤ ਸਿੰਘ ਮਾਨ ਵੀ ਨਾਲ, ਉਹਨਾਂ ਦੇ ਵਿੱਚ ਵੋਟ ਵੰਡ ਕਿਸ ਤਰ੍ਹਾਂ ਹੋਈ ਹੋਊਗੀ? ਕੀ ਇੱਥੇ ਤੁਹਾਨੂੰ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਕਾਂਗਰਸੀਆਂ ਨੇ ਤੇ ਬਾਕੀ ਪਾਰਟੀਆਂ ਨੇ ਦਿਖਾਏ ਕਿ ਬੂਥ ਇਹਨਾਂ ਦੇ ਖਾਲੀ ਰਹਿ ਗਏ, ਬੜੀ ਜਗ੍ਹਾ ਦਿਖਾਇਆ ਕਿ ਬਾਹਰਲੇ ਬੰਦੇ ਬੂਥਾਂ ਤੇ ਬੈਠਿਆ, ਇਹਨਾਂ ਦੇ ਤਾਂ ਲੋਕਲ ਬਸਤਿਆਂ ਵਾਲੇ ਵੀ ਬੰਦੇ ਹੈ ਨਹੀਂ ਜੀ। ਕਿਤੇ ਕਿਸੇ ਜਗ੍ਹਾ ਤੋਂ ਇੰਜ ਦਿਖਾਇਆ ਜਾ ਰਿਹਾ ਸੀ ਵੀ ਜੇ ਕਿਹਾ ਵੀ ਜਿੰਨੇ ਵੀ ਬਾਹਰੋਂ ਉੱਠੋ ਬਈ, ਤੇ ਬਹੁਤੇ ਉੱਠ ਕੇ ਚਲੇ ਗਏ। ਇਹ ਡਰ, ਖੌਫ ਜਾਂ ਇਹ ਪੈਨਿਕ ਜਿਹਾ ਬਣਾਤਾ ਗਿਆ ਸਾਰੇ ਸੀਨ ਦੇ ਵਿੱਚੋਂ। ਹੁਣ ਤੁਹਾਨੂੰ ਇਸ ਵੇਲੇ ਇਲੈਕਸ਼ਨ ਖਤਮ, ਵੋਟਿੰਗ ਖਤਮ ਹੋਣ ਤੋਂ ਬਾਅਦ ਤੁਹਾਨੂੰ ਕੀ ਲੱਗ ਰਿਹਾ ਕਿ ਸੱਤਾਧਾਰੀਆਂ ਦੇ ਸਾਹਮਣੇ ਕੋਈ ਥ੍ਰੈਟ ਆ ਗਿਆ ਇਸ ਵੇਲੇ? ਇਹ ਖਤਰੇ 'ਚ ਲੱਗਦੀ ਸੀਟ ਆਮ ਆਦਮੀ ਪਾਰਟੀ ਲਈ, ਜਾਂ ਫਿਰ ਵੀ ਉਹਨਾਂ ਨੂੰ ਸੱਤਾ ਦਾ ਕੋਈ ਲਾਭ ਮਿਲਣ ਵਾਲਾ? ਦੂਜੀ ਸਾਰੀ ਵੋਟ ਆਪਸ ਵਿੱਚ ਵੰਡੀ, ਵਿਰੋਧੀ ਪਾਰਟੀਆਂ 'ਚ ਵੰਡੇ ਜਾਣ ਤੋਂ ਬਾਅਦ ਇਹਨੂੰ ਤੁਸੀਂ ਹੁਣ ਕਿਵੇਂ ਦੇਖ ਰਹੇ ਹੋ? ਹਾਂ, ਬਿਲਕੁਲ। ਮੈਨੂੰ ਇਹ ਲੱਗਦਾ ਕਿ ਜਿਹੜਾ ਇੱਕ ਸਟਰਕਚਰ ਹੁੰਦਾ ਨਾ, ਜਿਵੇਂ ਕਹਿੰਦੇ ਨੇ ਤੁਹਾਡਾ ਬਸਤਾ ਫੜਨ ਵਾਲਾ ਹੀ ਕੋਈ ਨਹੀਂ ਜਿੱਥੇ, ਤੇ ਉੱਥੇ ਦਿੱਕਤ ਆਉਂਦੀ ਹੈ। ਪਰ ਜੇ ਇੱਕ ਵੇਵ ਹੋਵੇ, ਜਿਵੇਂ ਆਮ ਆਦਮੀ ਪਾਰਟੀ ਦੀ 2014 ਚ ਸੀਗੀ, ਮੰਨ ਲਓ ਜਦੋਂ ਪਾਰਲੀਮੈਂਟ ਦੀ ਚੋਣ ਹੋਈ ਹੈ, ਉਦੋਂ ਕਾਫੀ ਜਗ੍ਹਾ ਕੋਈ ਡਰਦਾ ਪੋਲਿੰਗ ਏਜੰਟ ਨਹੀਂ ਸੀ ਬਣਿਆ, ਬੜੀ ਜਗ੍ਹਾ ਤੇ ਨਹੀਂ ਸੀ ਬਣੇ, ਪਰ ਵੋਟਾਂ ਉਹਨਾਂ ਪਿੰਡਾਂ ਚੋਂ ਵੀ 60% ਪਈਆਂ। ਭਗਵੰਤ ਮਾਨ 2,20,000 ਤੋਂ ਜ਼ਿਆਦਾ ਤੇ ਜਿੱਤੇ ਸੰਗਰੂਰ ਤੋਂ ਉਦੋਂ। ਤੇ ਉਦੋਂ ਉਹ ਇੱਕ ਆਪ ਮੁਹਾਰਤਾ ਹੁੰਦੀ ਹੈ, ਉਹ ਇੱਕ ਦੀਵਾਨਗੀ ਹੁੰਦੀ ਹੈ ਕਿ ਆਪਾਂ ਬਾਕੀਆਂ ਨੂੰ ਹਰਾਉਣਾ, ਇਹਨੂੰ ਜਿਤਾਉਣਾ। ਹੁਣ ਉਹ ਸਿਸਟਮ ਖਤਮ ਹੋ ਗਿਆ। ਉਹ ਗੱਲ ਤਾਂ ਨਹੀਂ ਹੈ ਵੀ ਹੁਣ ਲੋਕ ਐਂ ਵੋਟ ਪਾਉਣਗੇ, ਇਸ ਤਰੀਕੇ ਨਾਲ ਪਾਉਣਗੇ। ਔਰ ਮੈਂ ਪਹਿਲੀ ਵਾਰ ਦੇਖਿਆ ਇਸ ਪੂਰੇ ਦੁਆਬੇ ਦੀ ਇਸ ਚੋਣ ਚ NRI ਫੈਕਟਰ ਮਾਈਨਸ ਹੁੰਦਾ ਦੇਖਿਆ ਜੀ। ਉਹਦਾ ਕਾਰਨ ਇਹ ਹੈ ਕਿ ਮੈਨੂੰ ਨਹੀਂ ਕਿਸੇ ਨੇ ਦੱਸਿਆ ਇਸ ਪੂਰੇ ਵਿੱਚ ਕਿ ਅੱਗੇ ਜਿਵੇਂ ਸੀ ਨਾ ਵੀ NRI ਘਰ ਘਰ ਫੋਨ ਕਰਦੇ ਸੀ ਵੀ ਤੁਸੀਂ ਇਹਨੂੰ ਵੋਟ ਪਾਉਣੀ ਆ, ਇਹਨੂੰ ਵੋਟ ਪਾਉਣੀ ਆ, ਛੁੱਟੀ ਲੈ ਕੇ ਆ ਜਾਂਦੇ ਸੀ, ਫਿਰਦੇ ਦਿਖਾਈ ਦਿੰਦੇ ਸੀ,
ਆਮ ਆਦਮੀ ਪਾਰਟੀ ਲਈ ਉਸ ਮਾਮਲੇ 'ਚ ਇਹ ਪਿੱਛੇ ਹਟਿਆ ਦਿਖਾਈ ਦਿੱਤਾ ਟੋਟਲ ਦਾ ਟੋਟਲ ਲਾਟ ਜਿਹੜਾ ਉਸ ਲੈਵਲ ਦੇ ਉੱਤੇ ਸੀ ਜੀ। ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਜ਼ਰੂਰ ਸੀ ਕਿ ਜਿਹੜੀ ਉਹ ਮੀਟਿੰਗ ਦੀ ਇੱਕ ਚੱਲਦੀ ਸੀ ਨਾ, ਉਹ ਕਹਿੰਦੇ ਸੰਗਰੂਰ ਦਾ ਬਦਲਾ ਲੈਣਾ ਵੀ ਲੈਣਾ ਕਿ ਨਹੀਂ, ਆਪਾਂ ਬਦਲਾ ਲੈਣਾ ਹੈ। ਮਤਲਬ ਇਹ ਗੱਲ ਇਹਨਾਂ ਦੀ ਮੀਟਿੰਗ ਦੀ ਵੀਡੀਓ ਜਿਹੜੀ ਬਾਹਰ ਆਈ ਉਹਦੇ ਚੋਂ ਦਿਖਾਈ ਦਿੱਤੀ ਹੈ ਕਿ ਹਾਂ ਇਹ ਬਦਲਾ ਵੀ ਲੈਣਾ, ਪੋਲਿਟਿਕਸ ਕੋਈ ਬਦਲੇ ਦੀ ਐਂਗਲ ਵੀ ਹੈ। ਹਾਲਾਂਕਿ ਕਹਿਣਾ ਤਾਂ ਇਹੀ ਚਾਹੁੰਦੇ ਹੋਣਗੇ ਵੀ ਆਪਾਂ ਉਹ ਹਾਰ ਜਿਹੜੀ ਹੈ ਉਹਨੂੰ ਜਿੱਤ 'ਚ ਬਦਲਣਾ, ਪਰ ਅਸੀਂ ਲੜਾਈ ਵਾਲੀ ਭਾਸ਼ਾ ਵਰਤਦੇ ਆ ਨਾ ਜਦੋਂ ਵੀ, ਸਾਡੇ ਕੋਲ ਭਾਸ਼ਾ ਕੋਈ ਹੈ ਨਹੀਂ ਇਹੋ ਜੀ ਜਿਹੜੀ ਭਾਸ਼ਾ ਪੋਲੀਟੀਕਲੀ ਵੀ ਵਰਤੀ ਜਾ ਸਕਦੀ ਹੈ ਹੋਰ ਤਰੀਕੇ ਦੀ। ਹੁਣ ਜਿਹੜਾ ਅੱਜ ਜਿਹੜੇ ਪੱਤਰਕਾਰ ਜਲੰਧਰ ਦੇ ਘੁੰਮੇ ਨੇ ਵੱਖ-ਵੱਖ ਹਲਕਿਆਂ 'ਚ, ਜਿੰਨੀ ਕਿ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਹੈ, ਕਿਹੜੇ-ਕਿਹੜੇ ਫੈਕਟਰ ਉਹਨਾਂ ਨੂੰ ਲੱਗਦੇ ਸੀਗੇ। ਇੱਕ ਤਾਂ ਸੱਤਾਧਾਰੀ ਫੈਕਟਰ ਇਹ ਤਾਂ ਹੈਗਾ ਹੀ ਹੈ ਕਿਉਂਕਿ ਉਹਨਾਂ ਕੋਲ ਵਸੀਲੇ ਤੇ ਉਹਨਾਂ ਦਾ ਪ੍ਰਚਾਰ, ਉਹਨਾਂ ਦਾ ਬਾਕੀ ਚੀਜ਼ਾਂ ਬੇਹੱਦ ਲੱਗਦੀਆਂ ਸੀ, ਪਰ ਇਹਨਾਂ ਤੇ ਬੂਥਾਂ ਤੇ ਖਾਸ ਤੌਰ ਤੇ ਕਾਫੀ ਇਹ ਕਿਹਾ ਜਾਂਦਾ ਸੀ ਕਿ ਪਿੰਡਾਂ 'ਚੋਂ ਵੋਟ ਜ਼ਿਆਦਾ ਮਿਲਣ ਦੀ ਸੰਭਾਵਨਾ ਹੈ। ਪੇਂਡੂ ਏਰੀਆ ਦੇ ਬੂਥਾਂ ਤੇ ਵੀ ਰੌਣਕ ਨਹੀਂ ਦਿਖਾਈ ਦਿੱਤੀ ਉਸ ਪੱਧਰ ਦੇ ਉੱਤੇ ਕਈ ਅਸੈਂਬਲੀ ਕੰਸਟੀਚੁਐਂਸੀ ਦੇ ਵਿੱਚ, ਕਿ ਬੂਥ ਦੀ ਰੌਣਕ ਵੀ ਤੁਹਾਨੂੰ ਦੱਸ ਦਿੰਦੀ ਹੈ ਨਾ ਕਿ ਜਿਵੇਂ ਆਮ ਪੇਂਡੂ ਕਹਾਵਤ ਹੈ ਇੱਕ, ਕਹਿੰਦੇ ਵੀ ਪਿੰਡ ਤਾਂ ਗੁਹਾਰਿਆਂ ਤੋਂ ਪਛਾਣਿਆ ਜਾਂਦਾ ਕਿਹੋ ਜਿਹੇ ਨੇ ਤੇ ਕਿਹੋ ਜਿਹੇ ਲਿਪੇ ਨੇ, ਕਿਹੋ ਜਿਹੇ ਗੱਲ ਹੈ ਕਿ ਕਿਸ ਨੇ, ਉਹ ਨਹੀਂ ਦਿਖਾਈ ਦਿੱਤੀ। ਦੂਜਾ ਇਹ ਫੈਕਟਰ ਵੀ ਹੈ, ਕਹਿੰਦੇ ਨੇ ਕਿ ਅਮਰਤਪਾਲ ਵਾਲੇ ਵਰਤਾਰੇ ਦਾ, ਜਿਵੇਂ ਸ਼ਾਹਕੋਟ, ਮਲਸੀਆਂ, ਲੋਹੀਆਂ ਇਸ ਸਾਈਡ ਤੇ ਜਿੱਥੇ ਨਾਰਮਲੀ ਸਿੱਖ ਵੋਟ ਕਾਫੀ ਪੈਂਦੀ ਰਹੀ ਹੈ, ਪਹਿਲਾਂ ਅਕਾਲੀ ਦਲ ਨੂੰ ਵੀ ਸ਼ੁਰੂ ਤੋਂ ਵੀ, ਉੱਥੋਂ ਅਜੀਤ ਸਿੰਘ ਘੁਹਾੜ ਲਗਾਤਾਰ ਜਿੱਤਦੇ ਰਹੇ, ਬਾਕੀ ਕਈ ਇਲੈਕਸ਼ਨਾਂ ਬਾਕੀ ਵੀ ਨੇ, ਉੱਥੇ ਮਹਿਸੂਸ ਕੀਤਾ ਗਿਆ ਕਿ ਜਾਣਬੁੱਝ ਕੇ ਸਾਡਾ ਅਕਸ ਖਰਾਬ ਕਰਨ ਦੀ ਟਰਾਈ ਹੋਈ ਹੈ ਕਿਤੇ ਨਾ ਕਿਤੇ। ਇਹ ਗੱਲ ਲੋਕ ਕਿਤੇ ਗਾਹੇ ਬਗਾਹੇ ਕਹਿੰਦੇ ਨੇ, ਮਤਲਬ ਆਪਣੇ ਉਹਦੇ 'ਚ ਦੱਬੀ ਆਵਾਜ਼ ਦੇ ਵਿੱਚ ਹੀ ਚਾਹੇ ਕਹਿੰਦੇ ਹੋਣ। ਫਿਰ ਸਿੱਧੂ ਮੂਸੇਵਾਲੇ ਦੇ ਫਾਦਰ ਦਾ ਕੁਝ ਨੌਜਵਾਨਾਂ ਦੇ ਕੋਲ ਇਹ ਗੱਲ ਸੁਣਦੇ ਨੇ ਉਹ ਜਦੋਂ ਵਿਚਰਦੇ ਨੇ, ਜਿਨ੍ਹਾਂ ਤੇ ਥੋੜਾ ਬਹੁਤ ਅਸਰ, ਕਿੰਨਾ ਇਹਦੀ ਪਰਸੈਂਟੇਜ ਨਹੀਂ ਪਤਾ ਕੀ ਹੈ ਕੀ ਨਹੀਂ ਹੈ, ਜਾਂ ਬਾਕੀ ਦੀਆਂ ਜਿਹੜੀਆਂ ਚੀਜ਼ਾਂ ਨੇ। ਔਰ ਸ਼ਹਿਰ ਦੀ ਵੋਟ ਜਿੱਥੇ ਬੀਜੇਪੀ ਪਹਿਲਾਂ ਵੀ ਕਾਫੀ ਲਿਆਂਦੇ ਆ ਜਾਂ ਕਾਂਗਰਸ, ਦੋਨਾਂ 'ਚ ਵੰਡੀ ਜਾਂਦੀ ਸੀ ਨਾਰਮਲੀ ਜ਼ਿਆਦਾਤਰ, ਬਾਕੀ ਉਹ ਕਿਉਂਕਿ 4 ਸੀਟਾਂ ਨੇ ਅਸੈਂਬਲੀ ਦੀਆਂ ਉਸ ਪੱਧਰ ਦੇ ਉੱਤੇ। ਔਰ ਇਹ ਗੱਲ ਸ਼ਹਿਰ ਦੇ ਵਿੱਚ ਵੀ ਮੰਨੀ ਜਾ ਰਹੀ ਹੈ ਕਿ ਕੁਝ ਜਿਹੜੇ ਐਮਐਲਏ ਚੁਣੇ ਗਏ ਨੇ, ਇਹਨਾਂ ਦੇ ਜੋ ਵਿਵਹਾਰ ਸਾਲ ਦੇ ਅੰਦਰ ਅੰਦਰ ਰਿਹਾ, ਥੋੜਾ ਜਿਹਾ ਸੱਤਾ ਦਾ ਨਸ਼ਾ ਤਾਂ ਚੜਿਆ ਹੀ ਰਿਹਾ ਬਹੁਤੇ ਐਮਐਲਏ ਜਿਹਨੂੰ ਆਪਣੇ ਸਾਹਮਣੇ ਦਿਖਾਈ ਦਿੱਤਾ, ਉਹਨੂੰ ਤੁਸੀਂ ਗੈਰ ਰਾਜਨੀਤਿਕ ਬੰਦੇ ਕਹੋਗੇ ਜਾਂ ਜੋ ਮਰਜ਼ੀ ਕਹੀਏ, ਜਿਹੜਾ ਵੀ ਮਰਜ਼ੀ ਤਰੀਕਾ ਹੋਵੇ, ਉਹ ਲੋਕਾਂ ਨੂੰ ਤੰਗ ਕਰਦਾ। ਡੈਮੋਕ੍ਰੇਸੀ 'ਚ ਨਾ ਤੁਸੀਂ ਪਿਆਰ ਮੁਹੱਬਤ ਨਾਲ ਗੱਲ ਕਰ ਸਕਦੇ ਹੋ, ਐਵੇਂ ਨਹੀਂ, ਜ਼ਬਰਦਸਤੀ ਨਹੀਂ। ਸਰਪੰਚਾਂ ਨੂੰ ਨੋਟਿਸ ਭੇਜ ਦਿਓ, ਬਾਕੀ ਤੁਸੀਂ ਵੀਡੀਓ ਨੂੰ ਧਮਕਾ ਦਿਓ, ਬਾਕੀ ਸਗਾ ਕਹੋ ਆਹ ਕਰਨਾ ਉਹ ਚੀਜ਼ਾਂ ਜਿਹੜੀਆਂ ਨੇ। ਪਰ ਕੁਐਸਚਨ ਇਹ ਹੈ ਇਸ ਸਾਰੇ ਮਾਮਲੇ ਦੇ ਵਿੱਚ, ਲੜਾਈ ਪਹਿਲੇ ਤੇ ਦੂਜੇ 'ਚ ਲੋਕ ਕਹਿੰਦੇ ਇਹੀ ਰਹੇ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਲੜਾਈ ਹੈ, ਤੀਜਾ ਚੌਥਾ ਬੀਜੇਪੀ ਤੇ ਅਕਾਲੀ ਦਲ ਦੇ ਵਿੱਚ ਹੈ, ਤੀਜਾ ਚੌਥਾ ਵੀ ਇੰਟਰਸਟਿੰਗ ਗੱਲ ਹੈ ਫਿਊਚਰ ਪੰਜਾਬ ਦੇ ਲਈ ਤੇ ਇਹਨਾਂ 'ਚੋਂ ਜਿੱਤ ਹਾਰ ਦੇ ਫੈਸਲੇ ਦੇ ਵਿੱਚ ਵੀ ਹੈ। ਔਰ ਉਹਦੇ 'ਚ ਕਾਂਗਰਸ ਦਾ ਥੋੜਾ ਇੱਕੋ ਹੀ ਗੱਲ ਹੈ ਕਿਉਂਕਿ ਉਹਦਾ ਕੇਡਰ ਹੈ ਹਰ ਪਿੰਡ 'ਚ, ਇੰਨੀ ਪੁਰਾਣੀ ਤੇ ਬੇਸਿਕ ਟ੍ਰੈਡੀਸ਼ਨਲ ਪਾਰਟੀ ਹੈ। ਕਈ ਵਾਰ ਵਿਜੀਬਿਲਟੀ ਉਨੀ ਨਾ ਵੀ ਦਿਖਾਈ ਦੇਵੇ ਤੇ ਉਹ ਵੋਟਾਂ ਹੋਰ ਢੰਗ ਨਾਲ ਪੈਂਦੀਆਂ ਹੁੰਦੀਆਂ ਨੇ, ਜਿਹੜੀ ਇੱਕ ਸਾਇਲੈਂਟ ਵੋਟ ਹੈ। ਔਰ ਅਰਬਨ ਵੋਟ ਵੈਸੇ ਵੀ ਸਾਇਲੈਂਟ ਜ਼ਿਆਦਾ ਰਹਿੰਦੀ ਹੈ ਪਿੰਡ ਨਾਲੋਂ, ਪਿੰਡ ਵੋਕਲ ਜ਼ਿਆਦਾ ਕੰਪੈਰੇਟਿਵਲੀ ਉਹ ਹੁੰਦਾ, ਕਿੱਧਰ ਪੈ ਗਿਆ ਕਿੰਨਾ ਪੈ ਗਿਆ, ਕਈ ਵਾਰ ਉਹ ਜੱਜਮੈਂਟਾਂ ਉਨੀਆਂ ਨਹੀਂ। ਹਾਂ, ਜਦ ਤੱਕ ਕੋਈ ਸਾਇੰਟੀਫਿਕ ਸਰਵੇ ਕਰੇ, ਬਾਕੀ ਚੀਜ਼ਾਂ ਹੋਣ, ਉਹ ਇੱਕ ਅਲੱਗ ਗੱਲ ਹੁੰਦੀ ਹੈ। ਅੱਛਾ, ਮੁੱਦੇ ਜਿਹੜੇ ਬਾਕੀ ਸੀਗੇ, ਸ਼ਹਿਰਾਂ ਦੇ ਵਿੱਚ ਕੀ ਡਿਵੈਲਪਮੈਂਟ ਹੋਈ ਇੰਨੇ 1 ਸਾਲ 'ਚ ਜਾਂ ਨਹੀਂ, ਇਹ ਮੁੱਦਾ ਰਿਹਾ ਸ਼ਹਿਰਾਂ ਦੇ ਵਿੱਚ ਕੁਝ ਜ਼ਿਆਦਾ ਹੁੰਦਾ ਦਿਖਾਈ ਨਹੀਂ ਦਿੱਤਾ ਪੂਰੇ ਸਾਲ ਦੇ ਦੌਰਾਨ। ਇਹ ਤੁਸੀਂ ਅੰਮ੍ਰਿਤਸਰ ਦੇ ਵਿੱਚ ਵੀ ਚਾਹੇ ਕੁਮਰ ਵਿਜੇ ਪ੍ਰਤਾਪ ਬੋਲੀ ਜਾ ਰਿਹਾ ਤੁਹਾਡੇ ਸਾਹਮਣੇ, ਬਾਕੀ ਜਗ੍ਹਾ ਵੀ ਸਾਰੇ ਕਿਤੇ ਗੱਲ ਹੋ ਰਹੀ ਹੈ ਇਹ ਗੱਲ, ਕਿਉਂਕਿ ਇਹਨਾਂ ਨੇ ਫਾਈਨਾਂਸਸ ਦੇ ਵੱਲ ਕਦੇ ਧਿਆਨ ਉਸ ਪਾਸੇ ਨਹੀਂ ਦਿੱਤਾ, ਬਾਕੀ ਗੱਲਾਂ ਕੀਤੀਆਂ। ਹਾਂ, ਬਿਜਲੀ ਮੁਫਤ ਦਾ ਅਸਰ ਬਿਲਕੁਲ ਲੋਕਾਂ ਦੇ ਉੱਤੇ ਇੱਕ ਲੈਵਲ ਦਾ ਦਿਖਾਈ ਦਿੰਦਾ, ਕਿਉਂਕਿ ਬਹੁਤ ਲੋਕਾਂ ਨੂੰ ਉਹਦਾ ਫਾਇਦਾ ਡਾਇਰੈਕਟ, ਜਦੋਂ ਪੈਸੇ ਜੇਬ ਚੋਂ ਨਹੀਂ ਦੇਣੇ ਪੈਂਦੇ ਤਾਂ ਉਹ ਮਤਲਬ ਉਹਦਾ ਫਾਇਦਾ ਮਿਲਦਾ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਨਾਲ ਦੀ ਨਾਲ ਪਰ ਇੱਕ ਗੱਲ ਦੂਜੀ ਉਨੀ ਉਹ ਪ੍ਰਚਲਿਤ ਹੈ ਕਿ 1000 ਰੁਪਇਆ ਕਦੋਂ ਦਿਓਗੇ ਬੀਬੀ ਨੂੰ। ਇੱਕ ਨਾਲ ਤੁਸੀਂ ਨਵਾਂ ਵੀ ਖੜਾ ਕਰ ਦਿੰਦੇ ਹੋ ਨਾ, ਚੰਗੀ ਇੱਕ ਚੀਜ਼ ਕਰਨ ਤੋਂ ਬਾਅਦ ਉਹ ਇਸ਼ੂ ਵੀ ਰਿਹਾ, ਚੱਲਦਾ ਰਿਹਾ, ਵਿਰੋਧੀਆਂ ਨੇ ਉਹਨੂੰ ਉਠਾਇਆ ਕਿਸੇ ਨਾ ਕਿਸੇ ਰੂਪ ਦੇ ਵਿੱਚ। ਸਵਾਲ ਕੇਵਲ ਇੰਨਾ ਹੈ ਹੁਣ ਇਹਦੇ 'ਚ ਕਿ ਉਹ ਸਾਰੀਆਂ ਗੱਲਾਂ ਪੋਜ਼ਿਟਿਵ ਨੈਗੇਟਿਵ ਦੇਖ ਕੇ ਤੇ ਬੰਦੇ ਨੇ ਕੀ ਮਨ ਬਣਾਇਆ ਹੋਏਗਾ ਲਾਸਟ ਤੱਕ, ਕੀ ਉਹਨੇ ਜਿਹੜਾ ਸਟਾਈਲ ਆਫ ਫੰਕਸ਼ਨਿੰਗ ਹੈ ਤੁਸੀਂ ਕੀਤਾ, ਜਿਹੜਾ ਤਰੀਕਾ ਅਪਣਾਇਆ, ਜਿਹਦੇ ਚੋਂ ਇੱਕ ਲੈਵਲ ਦੀ ਐਰੋਗੈਂਸ ਜ਼ਿਆਦਾ ਝਲਕਦੀ ਹੈ। ਜਦੋਂ ਕੇਜਰੀਵਾਲ ਆਉਂਦੇ ਨੇ ਉਹ ਕਹਿੰਦੇ ਨੇ 4 ਸਾਲ ਕੰਮ ਤਾਂ ਸਾਡੇ ਤੋਂ ਹੀ ਕਰਾਉਣੇ ਨੇ। ਮੈਨੂੰ ਇਹ ਲੱਗਦਾ ਕਿਤੇ ਪੰਜਾਬੀ ਮਾਈਂਡ ਉਲਟ ਨਾ ਹੋ ਜਾਏ। ਜਿਹੜਾ ਪੰਜਾਬੀ ਮਾਈਂਡ ਹੁੰਦਾ ਨਾ, ਇਹ ਗੱਲ ਵੀ ਤੁਸੀਂ ਥ੍ਰੈਟ ਕਰਕੇ ਥੋੜਾ ਜਿਹਾ ਬੰਦੇ ਨੂੰ ਧਮਕੀਨੁਮਾ ਗੱਲ ਕਰਕੇ ਵੋਟ ਪਵਾਉਣ ਦਾ ਜਿਹੜਾ ਤਰੀਕਾ ਹੈ, ਸ਼ਾਇਦ ਉਹ ਬਹੁਤਾ ਫਰੂਟਫੁਲ ਨਹੀਂ ਹੁੰਦਾ।
ਮੇਰੇ ਯਾਦ ਹੈ ਉਦਾਹਰਨ ਕਿ ਇੱਕ ਵਾਰ ਸੁਰਜੀਤ ਸਿੰਘ ਬਰਨਾਲਾ ਹਾਰ ਗਏ ਸੀ ਮਸਤਵਾਣੇ ਕਾਨਫਰੰਸ ਦੀ, ਮੈਂ ਪਹਿਲਾਂ ਵੀ ਇਹ ਗੱਲ ਕੀਤੀ ਆ, ਉਹਨਾਂ ਨੇ ਕਹਿਤਾ ਮੈਂ ਤਾਂ ਫਿਰ ਰਾਜ ਸਭਾ ਦਾ ਮੈਂਬਰ ਬਣ ਗਿਆ, ਤੁਸੀਂ ਤਾਂ ਮੈਨੂੰ ਹਰਾਤਾ ਸੀ। ਉਹ ਪਿੱਛੇ ਖੜੇ ਲੋਕ ਉਦੋਂ ਹੀ ਕੁਰਬਣ ਜੀ ਹੋਣ ਲੱਗ ਗਏ, ਉਹ ਕਹਿੰਦੇ ਕੋਈ ਨਹੀਂ ਅੱਗੇ ਨੂੰ ਆ ਜੀ, ਫਿਰ ਤੈਨੂੰ ਫਿਰ ਦੱਸਾਂਗੇ, ਦੁਬਾਰਾ ਫੇਰ ਨਹੀਂ ਜਿੱਤਣ ਦਿੰਦੇ। ਇਹ ਲੋਕਾਂ ਦੇ ਦਿਮਾਗਾਂ 'ਚ ਤੂੰ ਉਲਟਾ ਨਹੀਂ ਜਿੱਤਣ ਦਿੱਤੇ ਬਰਨਾਲਾ ਸਾਹਿਬ ਉਦੋਂ ਬਾਅਦ। ਮਤਲਬ ਇੱਕ ਮਾਈਂਡ ਸੈਟ ਦਾ ਹਿੱਸਾ ਹੁੰਦਾ ਜਦੋਂ ਤੁਸੀਂ ਉਹ ਗੱਲਾਂ ਕਰਦੇ ਹੋ। ਇੱਥੇ ਜਿਹੜੀ ਹਲੀਮੀ ਹੈ ਉਹ ਬਹੁਤ ਜ਼ਿਆਦਾ ਕੰਮ ਕਰਦੀ ਹੈ, ਕਿਸੇ ਵੀ ਰੂਪ ਦੇ ਵਿੱਚ ਕੰਮ ਕਰੋ ਨਾ ਕਰੋ, ਪਰ ਹੱਥ ਨਹੀਂ ਬੰਦੇ ਦੇ ਇੱਧਰ ਉੱਧਰ ਜਾਣੇ ਚਾਹੀਦੇ ਜੋੜਨ ਤੋਂ ਬਿਨਾਂ। ਔਰ ਦਰਬਾਰਾ ਸਿੰਘ ਗੁਰੂ ਦੇ ਖੜੇ ਸੀਗੇ ਜਿਹੜੇ ਚੀਫ ਮਿਨਿਸਟਰ ਦੇ ਪ੍ਰਿੰਸੀਪਲ ਸੈਕਟਰੀ ਟੂ ਸੀਐਮ ਰਹੇ, ਉਹ ਕੰਮ ਵੀ ਬਹੁਤ ਕੀਤੇ ਕਿਉਂਕਿ ਤੁਹਾਡੇ ਹੱਥ 'ਚ ਪਾਵਰ ਸੀਗੀ ਉਦੋਂ ਜਦੋਂ ਮੁਹੰਮਦ ਸਦੀਕ ਜਿੱਤਿਆ। ਭਗਵੰਤ ਮਾਨ ਨੇ ਇੱਕੋ ਗੱਲ ਕੀਤੀ ਉੱਥੇ ਪੂਰੀ, ਮਤਲਬ ਉਦੋਂ ਕੰਪੇਨ ਦੇ ਵਿੱਚ, ਕਿਉਂਕਿ ਉਹ ਬਰਨਾਲਾ ਸੰਗਰੂਰ 'ਚ ਪੈਂਦਾ ਉਹ ਪਿੰਡ ਵੀ ਜਿਹੜਾ ਭਦੌੜ ਦਾ ਹਲਕਾ ਸੀ, ਵੀ ਯਾਰ ਜੇਬਾਂ 'ਚੋਂ ਹੱਥ ਕਢਾ, ਗੁਰੂ ਸਾਹਿਬ ਜੇਬਾਂ 'ਚ ਹੱਥ ਰੱਖਦੇ ਸੀ ਜ਼ਿਆਦਾਤਰ, ਥੋੜਾ ਜਿਹਾ ਬਿਊਰੋਕਰੇਟ ਸੀ, ਮਤਲਬ ਹੱਥ ਜੋੜ ਕੇ ਵਾਲੀ ਫੋਟੋ ਨਹੀਂ ਸੀ ਚੱਜਦੀ। ਲੋਕਾਂ ਨੇ ਇੱਕੋ ਗੱਲ ਇਹ ਭਗਵੰਤ ਮਾਨ ਦਾ ਜੁਮਲਾ ਫੜ ਲਿਆ ਵੀ ਬਸ ਜੇਬਾਂ ਤੋਂ ਹੱਥ ਕਢਾਉਣੇ ਨੇ ਜੀ, ਬਾਕੀ ਜੋ ਮਰਜ਼ੀ ਹੋ ਜੀ। ਇਸ ਲਈ ਇਹ ਐਟੀਕੇਟ ਸਿੱਖਣੇ ਪੋਲਿਟਿਕਸ ਦੇ ਵਿੱਚ ਇਹ ਬਹੁਤ ਜ਼ਰੂਰੀ ਚੀਜ਼ ਹੈ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ। ਇਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਲੈਕ ਕਰ ਰਹੀ ਹੈ ਗੱਲ ਸਾਡੇ ਪੋਲੀਟੀਸ਼ੀਅਨ ਦੇ ਹੱਥੋਂ, ਜਾਂ ਖਾਸ ਤੌਰ ਦੇ ਉੱਤੇ ਨਵੇਂ ਜਿਹੜੇ ਲੋਕ ਪੋਲੀਟੀਕਲੀ ਉਹਨਾਂ ਮੂਵਮੈਂਟਾਂ 'ਚ ਉਵੇਂ ਨਹੀਂ ਵਿਚਰੇ ਹੁੰਦੇ ਕਿਸੇ ਵੀ ਰੂਪ ਦੇ ਵਿੱਚ। ਔਰ ਇਹ ਤਰੀਕਾਕਾਰ ਬਾਕੀ ਤਾਂ ਹੁਣ ਕਈ ਵਾਰੀ ਇਹ ਵੀ ਹੋ ਜਾਂਦਾ ਕਿ ਨਹੀਂ ਬੈਠੇ ਬੂਥ ਤੇ, ਵਿਰੋਧੀ ਧਿਰਾਂ ਦੇ ਤਾਂ ਡਰਦੇ ਨਾ ਬੈਠਣ, ਉਹ ਤਾਂ ਅਲੱਗ ਗੱਲ ਹੈ, ਪਰ ਰੂਲਿੰਗ ਪਾਰਟੀ ਦੇ ਤਾਂ ਬੂਥਾਂ ਤੇ ਬੈਠਣੇ ਚਾਹੀਦੇ ਹੁੰਦੇ ਨੇ, ਉਹਦੇ ਤਾਂ ਮਾਣ ਮਹਿਸੂਸ ਕਰਦੇ ਨੇ ਲੋਕ ਬੈਠਣ ਲਈ ਕਿ ਆਪਣੇ ਨਾਲ ਆ ਐਮਐਲਏ ਸਾਹਿਬ ਵੀ ਜਿਹੜੇ ਤੁਹਾਡੇ ਉਹਨੇ ਮੱਕੜ ਉਹਨਾਂ ਨੇ ਰੋਕੇ ਸੀ, ਤੁਸੀਂ ਕਹਿੰਦੇ ਨਹੀਂ ਸੁਣੇ ਐਰੋਗੈਂਸ ਵੀ ਤੁਸੀਂ ਸ਼ਿਕਾਇਤ ਕਰ ਲਓ ਜਿੱਥੇ ਮਰਜ਼ੀ ਜਾ ਕੇ, ਮੇਰੀ ਬਾਤ ਦੀ ਹਿੰਮਤ ਨਹੀਂ ਕਰਨੀ, ਜਾਓ ਸ਼ਿਕਾਇਤ ਕਰੋ। ਇਹਦੇ ਚੋਂ ਵੀ ਤਾਕਤ ਦੀ ਬੂ ਆਉਂਦੀ ਹੁੰਦੀ ਹੈ ਜਦੋਂ ਬੰਦਾ ਇਸ ਲੈਵਲ ਤੇ ਨਹੀਂ ਭਾਈਬੰਦੀ ਨਾਲ ਕਹਿ ਕੇ ਚੱਲ ਜਾਂਦਾ ਬੰਦਾ, ਯਾਰ ਵੀ ਕੋਈ ਗੱਲ ਨਹੀਂ, ਫਿਰ ਵੀ ਇਹ ਇੱਕ ਇਲੈਕਸ਼ਨ ਹੈ, ਕੀ ਫਰਕ ਪੈਂਦਾ, ਜਿੱਥੇ ਮਰਜ਼ੀ ਸ਼ਿਕਾਇਤ ਕਰ ਲਓ। ਉਹਦਾ ਜਿਹੜਾ ਇੱਕ ਐਟੀਟਿਊਡ ਹੁੰਦਾ ਨਾ, ਇਹ ਕੱਲੇ ਕੱਲੇ ਬੰਦੇ ਦੇ ਦਿਮਾਗ ਚੋਂ ਨਜ਼ਰ ਆਉਂਦਾ। ਜੀ ਬਿਲਕੁਲ ਠੀਕ ਹੈ। ਪ੍ਰੋਫੈਸਰ ਜਗਰੂਪ ਸਿੰਘ ਜੀ, ਜਦੋਂ ਅਸੀਂ ਮਿਸਮੈਨੇਜਮੈਂਟ ਦੀ ਗੱਲ ਕਰਦੇ ਹਾਂ, ਜਦੋਂ ਦੀ ਗਵਰਨਮੈਂਟ ਬਣੀ ਆ ਉਦੋਂ ਤੋਂ ਹੁਣ ਤੱਕ ਦੀਆਂ ਬਹੁਤ ਸਾਰੀਆਂ ਘਟਨਾਵਾਂ, ਲੇਟੈਸਟ ਜੇ ਅਸੀਂ ਦੇਖਦੇ ਹਾਂ ਤੇ ਕਟਾਰੂ ਚੱਕ ਵਾਲਾ ਮਾਮਲਾ, ਇਹਨੂੰ ਵੀ ਡੀਲ ਪ੍ਰੋਪਰ ਨਹੀਂ ਕੀਤਾ ਗਿਆ। ਜੇ ਕੱਲ ਨੂੰ ਮੰਨ ਲਓ 5 ਦਿਨ 10 ਦਿਨ ਬਾਅਦ ਉਹ ਅਸਤੀਫਾ ਹੋ ਵੀ ਜਾਂਦਾ ਤੇ ਉਹ ਮੀਨਿੰਗਲੈਸ ਆ। ਜਦੋਂ ਤੁਸੀਂ ਇਹ ਸੋਚਦੇ ਹੋ ਵੀ ਵਿਰੋਧੀ ਨੇ ਮਸਲਾ ਉਠਾਇਆ ਤੇ ਅਸੀਂ ਇੱਥੇ ਨਹੀਂ ਕਰਨਾ, ਇਸੇ ਤਰ੍ਹਾਂ ਦੇ ਮਾਮਲੇ ਸਰਾਰੀ ਨੂੰ ਲੈ ਕੇ ਇਸੇ ਤਰੀਕੇ ਨਾਲ ਬਲਕੌਰ ਸਿੰਘ ਜੇ ਵਿਧਾਨ ਸਭਾ ਦੇ ਬਾਹਰ ਜਾ ਕੇ ਉੱਥੇ ਆਪਣਾ ਧਰਨਾ ਲਾਉਂਦੇ ਆ, ਮਿਲਣਾ ਚਾਹੁੰਦੇ ਆ, ਉੱਥੇ ਆਣ ਕੇ ਕੁਲਦੀਪ ਸਿੰਘ ਢਾਲੀਵਾਲ ਕਹਿੰਦੇ ਆ ਜੀ ਮੈਂ ਜ਼ਿੰਮੇਵਾਰ ਆ, ਮੈਂ ਬੈਠਾ ਨਾ, ਆਪਾਂ ਸਾਰੇ ਤੁਹਾਡੇ ਮਸਲੇ ਹੱਲ ਕਰਾਂਗੇ। ਉੱਥੇ ਮੁੱਖ ਮੰਤਰੀ ਨੂੰ ਬੁਲਾਉਣ ਦਾ ਲਾਰਾ ਲਾ ਲਿਆ ਜਾਂਦਾ, ਮੁੱਖ ਮੰਤਰੀ ਮੁੜ ਕੇ ਮਹੀਨਾ ਪਰ ਉਹਦੇ ਘਰ ਚਲੇ ਜਾਂਦੇ, ਉਹਨੂੰ ਉੱਥੇ ਬੁਲਾ ਲੈਂਦੇ। ਮਤਲਬ ਕਈ ਚੀਜ਼ਾਂ ਜਿਹੜੀਆਂ ਆਪ ਸੇੜੀਆਂ ਸੱਤਾ ਵਾਲਿਆਂ ਨੇ, ਇਹਨੂੰ ਈਗੋ, ਇਹਨੂੰ ਹਉਮੈ ਤਾਂ ਆਪਾਂ ਇਹਦਾ ਜ਼ਿਕਰ ਕਰਾਂਗੇ। ਇੱਕ ਥੋੜੀ ਮਾਮਲੇ ਆ, ਕਈ ਮਾਮਲਿਆਂ ਦੇ ਵਿੱਚ ਇਸ ਤਰੀਕੇ ਨਾਲ ਹੋਇਆ, ਲੋਕਾਂ ਨੂੰ ਇੰਝ ਲੱਗਣ ਲੱਗ ਜਾਂਦਾ ਕਿ ਇਹ ਈਗੋ ਕਿਸ ਚੀਜ਼ ਦੀ ਆ, ਇਹ ਤਾਂ ਤੁਹਾਨੂੰ ਦੂਜਿਆਂ ਨੂੰ ਰੱਦ ਕਰਕੇ ਵੋਟ ਪਾਈ ਗਈ ਆ, ਇਹ ਲੋਕਾਂ ਦੀ ਇਮਾਨਤ ਹੈ, ਇਹ ਨਿਮਰਤਾ ਹੈ। ਭਗਵੰਤ ਮਾਨ ਤਾਂ ਇਹ ਬਾਰ-ਬਾਰ ਹੀ ਗੱਲ ਕਰਦੇ ਹੁੰਦੇ ਆ ਵੀ ਇਹ ਕਿਹੜੀ ਕਿਤੇ ਸੱਤਾ ਕਿਸੇ ਦੀ ਹੈਗੀ ਹੈ। ਅਕਸਰ ਉਹ ਕਹਿੰਦੇ ਸਿਕੰਦਰ ਖਾਲੀ ਹੱਥ ਗਿਆ, ਗੱਲਾਂ ਕਹਿਣ ਦੀਆਂ ਨਹੀਂ ਹੋਣੀਆਂ ਚਾਹੀਦੀਆਂ, ਇਹ ਗੱਲਾਂ ਪ੍ਰੈਕਟਿਸ ਵਿੱਚ ਵੀ ਆਉਣੀਆਂ ਚਾਹੀਦੀਆਂ। ਪਰ ਮੈਂ ਤੁਹਾਡੇ ਤੋਂ ਜਿਹੜਾ ਸਵਾਲ ਲੈ ਕੇ ਆ ਰਿਹਾ ਉਹ ਲੋਕਾਂ ਦੀ ਦਿਲਚਸਪੀ ਦਾ ਹੈ, ਔਰ ਤੁਸੀਂ ਉਹਦਾ ਜਵਾਬ ਦੇਣ ਦੇ ਸਮਰੱਥ ਹੋ। ਤੁਸੀਂ ਅੱਜ ਕਿਵੇਂ ਦੇਖ ਰਹੇ ਹੋ ਕਿ ਕੌਣ ਕਿੱਥੇ ਖੜਾ, ਇਹ ਸੀਟ ਕੌਣ ਕੱਢੂਗਾ, ਇਹ ਸੀਟ ਦੇ ਉੱਤੇ ਹੋਣ ਵਾਲਾ ਕੀ ਹੈ? ਇਸ ਤੋਂ ਬਾਅਦ ਤੁਸੀਂ ਸਿੱਧਾ ਜੇ ਨਹੀਂ ਵੀ ਜ਼ਿਕਰ ਕਰੋਗੇ, ਕਿਉਂਕਿ ਇੱਥੇ ਆ ਕੇ ਕਿਸੇ ਚੀਜ਼ ਨੂੰ ਤੁਸੀਂ ਤਸਵੀਰ ਤੇ ਕੈਨਵਸ ਤੇ ਤਸਵੀਰ ਬਣਾ ਦਿਓ, ਕਿਸੇ ਵੇਲੇ ਟਫ ਹੋ ਜਾਂਦਾ। ਪਰ ਵੈਸੇ ਤੁਸੀਂ ਕਿਵੇਂ ਸਮਝਿਆ, ਕਿਵੇਂ ਇਹਨੂੰ ਸੱਤਾਧਾਰੀਆਂ ਨੂੰ ਹਾਸਲ ਹੈ ਕੁਝ, ਜਾਂ ਕਾਂਗਰਸ ਸੀਟ ਕੱਢ ਜੂਗੀ? ਦੇਖੋ ਰੰਧਾਵਾ ਜੀ, ਦੋ ਚੀਜ਼ਾਂ ਬਹੁਤ ਇੰਪੋਰਟੈਂਟ ਹੈਗੀਆਂ। ਸਾਡਾ ਪਾਰਲੀਮੈਂਟਰੀ ਨਿਜ਼ਾਮ ਹੈ, ਪਾਰਲੀਮੈਂਟਰੀ ਨਿਜ਼ਾਮ ਦੇ ਵਿੱਚ 3 ਧਿਰਾਂ ਹੁੰਦੀਆਂ, ਲੋਕ ਅਲਟੀਮੇਟ ਆ, ਸਰਕਾਰ ਤੇ ਲੋਕ ਦੇ ਵਿੱਚ ਇੱਕ ਪੋਲੀਟੀਕਲ ਪਾਰਟੀ ਹੁੰਦੀ ਆ ਜਿਹੜੀ ਦੋਵਾਂ ਨੂੰ ਜੋੜ ਕੇ ਰੱਖਦੀ ਆ। ਲੋਕਾਂ ਦੇ ਮੁੱਦੇ, ਲੋਕਾਂ ਦੇ ਸਨੇਹੇ, ਲੋਕਾਂ ਦੀ ਐਸਪੀਰੇਸ਼ਨ, ਲੋਕਾਂ ਦੀਆਂ ਡਿਮਾਂਡ, ਲੋਕਾਂ ਦੀ ਸਪੋਰਟ ਸਰਕਾਰ ਤੱਕ ਪਹੁੰਚਾਉਂਦੀ ਆ। ਸਰਕਾਰ ਦੇ ਫੈਸਲੇ ਜਾਂ ਸਰਕਾਰ ਦਾ ਜੋ ਵੀ ਕੰਮ ਹੁੰਦਾ ਲੋਕਾਂ ਤੱਕ ਪਹੁੰਚਾਇਆ ਜਾਂਦਾ। ਇਸ ਪਾਰਟੀ ਦੀ ਸਭ ਤੋਂ ਵੱਡੀ ਸਮੱਸਿਆ ਹੈ, ਹੋਰਨਾਂ ਪਾਰਟੀਆਂ ਦੀ ਵੀ ਹੈਗੀ ਹੈ, ਇਸ ਕਰਕੇ ਫੇਲ ਹੋਈਆਂ, ਕਿ ਇਹਦੇ ਵਿੱਚ ਮਿਡਲ ਜਿਹੜਾ ਪਾਸਾ, ਉਹ ਜਿਹੜਾ ਲਿੰਕੇਜ ਹੈਗੀ ਆ, ਉਹ ਉਹਦੇ ਵਿੱਚ ਨਹੀਂ ਹੈਗੀ। ਤੁਸੀਂ ਦੇਖੋ ਕਿ ਕਿੰਨੀ ਹਉਮੈ ਆ, ਕਿੱਦਾਂ ਇਹਨਾਂ ਦਾ ਜਿਹੜੇ ਖਾਸ ਕਰਕੇ ਪਾਵਰ ਕਿਹਦੇ ਕੋਲ ਆ। ਮੈਂ ਕੋਈ ਐਮਐਲਏ ਪ੍ਰੈਸ ਕਾਨਫਰੰਸ ਕਰਦਾ ਨਹੀਂ ਦੇਖਿਆ, ਕੋਈ ਮੰਤਰੀ ਜਿਹੜਾ ਵਾ ਇੰਡੀਪੈਂਡੈਂਟ ਆਪਣੇ ਮਹਿਕਮੇ ਦਾ, ਕੋਈ ਉਹਦੇ ਬਾਰੇ ਗੱਲ ਕਰਦਾ ਨਹੀਂ ਦੇਖਿਆ।
ਇਹ ਵੀ ਪਤਾ ਲੱਗਾ ਵਾ ਕਿ ਜਿਹੜੇ ਲੋਕੀ ਇਹਨਾਂ ਦਾ ਖਾਸ ਕਰਕੇ ਇਹਨਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਆ, ਐਜੂਕੇਸ਼ਨ ਦੇ ਮਹਿਕਮੇ ਦੇ ਵਿੱਚ ਹੀ ਪਿੱਛੇ ਜੇ ਟੀਚਰ ਬਹੁਤ ਖਿਲਾਫ ਹੋਏ ਆ, ਕਾਲਜ ਦੇ ਪ੍ਰਿੰਸੀਪਲ ਖਿਲਾਫ ਹੋਏ ਆ, ਕਾਲਜ ਦੀਆਂ ਮੈਨੇਜਮੈਂਟ ਖਿਲਾਫ ਹੋਈਆਂ, ਉਹ ਕਹਿੰਦੇ ਸਾਡੇ ਨਾਲ ਗੱਲ ਕਰਨ ਦਾ ਮੌਕਾ ਨਹੀਂ ਹੈਗਾ ਉਹਦੇ ਵਿੱਚੋਂ। ਇਹ ਡਿਸਕਨੈਕਟ ਵਾ, ਇਹਦੇ ਉੱਤੇ ਆਪਾਂ ਬਾਅਦ ਚਾਹਾਂਗੇ, ਜਿਹੜਾ ਇਹਨਾਂ ਲਈ ਬਹੁਤ ਵੱਡਾ ਚੈਲੰਜ ਆ। ਉਹਦੇ ਬਹੁਤ ਸਾਰੇ ਕਾਰਨ ਹੋ ਸਕਦੇ ਆ। ਇੱਕ ਤਾਂ ਕਾਰਨ ਹੈਗੀ ਆ ਕਿ ਜਿਹੜੀ ਸੈਂਟਰਲਾਈਜੇਸ਼ਨ ਆਫ ਪਾਵਰ ਹੈਗੀ ਆ, ਭਗਵੰਤ ਮਾਨ ਹੁਣਾਂ ਕੋਲ ਪਾਵਰ ਦੀ ਥਾਂ ਤੇ ਕੇਜਰੀਵਾਲ ਸਾਹਿਬ ਕੋਲ ਆ। ਕੇਜਰੀਵਾਲ ਹੁਣ ਇਸ ਵੇਲੇ ਪੰਜਾਬ ਦੇ ਲੋਕਾਂ ਦੀ ਅੱਖਾਂ ਦੇ ਤਾਰੇ ਨਹੀਂ ਆ ਜਿਹੜੇ ਉਹ 2022 ਤੋਂ ਪਹਿਲਾਂ ਹੁੰਦੇ ਸੀ। ਉਹਦੇ ਵਿੱਚ ਉਹਨਾਂ ਦਾ ਵਰਤਾਰਾ ਝਲਕਦਾ। ਕਹਿਣੀ ਤੇ ਕਰਨੀ 'ਚ ਫਰਕ ਕਿੰਨਾ ਹੈ। ਪੰਜਾਬ ਦੀ ਗੱਲ ਕਰਦੇ ਸੀ, ਜਦੋਂ ਰਾਜ ਸਭਾ ਦੀ ਗੱਲ ਆਈ, ਰਾਜ ਸਭਾ ਦੇ ਵਿੱਚ ਕਿਹੜੇ ਮੁੱਦੇ ਠਾਏ ਇਹਨਾਂ ਨੇ? ਭਗਤ ਸਿੰਘ ਦੀ ਵਿਚਾਰਧਾਰਾ ਦੀ ਗੱਲ ਕੀਤੀ, ਬਾਬਾ BR ਅੰਬੇਦਕਰ ਦੀ ਜਿਹੜੀ ਹੈਗੀ ਸੀਗੀ ਉਹਦਾ ਅਜੇ ਵੀ ਇਹ ਜਿਹੜਾ ਹੈਗਾ ਵਾ ਜਿੱਥੇ ਬੈਠਦੇ ਆ ਉੱਥੇ ਉਹ ਗੱਲਾਂ ਕਰਦੇ ਆ। ਇਹਨਾਂ ਨੇ ਕਿਸਾਨਾਂ ਦੀ ਗੱਲ ਕੀਤੀ, ਇਹਨਾਂ ਨੇ ਸਾਡੇ ਹੋਰ ਭਾਈਚਾਰੇ ਦੀ ਗੱਲ ਕੀਤੀ, ਇਹਨਾਂ ਨੇ ਵਿਦਿਆ ਦੀ ਗੱਲ ਕੀਤੀ, ਇਹਨਾਂ ਨੇ ਹੈਲਥ ਦੀ ਗੱਲ ਕੀਤੀ, ਇਹਨਾਂ ਨੇ ਇੱਕ ਲਿਬਰਲ ਓਪਨ ਸੁਸਾਇਟੀ ਦੀ ਗੱਲ ਕੀਤੀ। ਤੇ ਜਦੋਂ ਉੱਥੇ ਉਹ ਬੰਦੇ ਭੇਜੇ ਸੀ, ਉਹ ਕੀ ਸਿੰਬਲ ਦਿੰਦੇ ਆ, ਜਿਹੜੇ ਖਾਸ ਕਰਕੇ ਪੰਜਾਬ ਤੋਂ ਜਿਹੜੇ ਲੋਕੀ ਬਹੁਤ ਸਿਆਣੇ ਆ, ਸਿੰਬਲਸ ਦਾ ਲੋਕਾਂ ਦੀ ਪਰਸੈਪਸ਼ਨ ਦੇ ਉੱਤੇ, ਲੋਕਾਂ ਦੀ ਅੰਡਰਸਟੈਂਡਿੰਗ ਦੇ ਉੱਤੇ, ਲੋਕਾਂ ਦੀ ਪਾਰਟੀ ਲਾਈਕਿੰਗ ਡਿਸਲਾਈਕਿੰਗ ਲਈ ਬਹੁਤ ਜ਼ਿਆਦਾ ਇੱਕ ਵੱਡਾ ਰੋਲ ਹੁੰਦਾ। ਜਿੱਦਾਂ ਸਿੰਬਲ ਸਾਡੇ ਇਲੈਕਸ਼ਨ ਸਿੰਬਲਸ ਹੈਗੇ ਆ, ਉਹ ਆਪਣੇ ਆਪ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਆ, ਉਹ ਐਵੇਂ ਨਹੀਂ ਹੈਗੇ। ਤਾਂ ਇਸ ਕਰਕੇ ਡੇ 1 ਦੇ ਉੱਤੋਂ ਜਦੋਂ ਪਾਵਰ ਇਹਨਾਂ ਕੋਲ ਚਲੇਗੀ, ਐਬਸੋਲੂਟ ਪਾਵਰ ਚਲੇਗੀ, 7 ਬੰਦੇ ਜਿਹੜੇ ਸੀ ਉਹਨਾਂ ਨੇ ਰਾਜ ਸਭਾ 'ਚ ਭੇਜਣੇ ਸੀਗੇ। ਸਾਰਿਆਂ ਲੋਕਾਂ ਨੇ ਉਦੋਂ ਹੀ, ਕੁਝ ਲੋਕਾਂ ਨੇ ਤੇ ਬਹੁਤ ਕ੍ਰਿਟਿਸਾਈਜ਼ ਵੀ ਕੀਤਾ, ਕੁਝ ਲੋਕਾਂ ਨੇ ਸੋਚਿਆ ਵੀ ਇਹ ਕਹਿੰਦੇ ਕੀ ਸੀ ਤੇ ਇਹ ਕਰਦੇ ਕੀ ਸੀ। ਕਿਤੇ ਵੀ ਪੰਜਾਬ ਦੇ ਹਿੱਤ ਨੂੰ ਸਾਹਮਣੇ ਨਹੀਂ ਰੱਖਿਆ, ਕਿ ਨਾ ਪਾਰਟੀ ਦਾ ਹਿੱਤ ਵੀ ਨਹੀਂ ਰੱਖਿਆ। ਕਿਹਦਾ ਹਿੱਤ ਰੱਖਿਆ? ਇੱਕ ਪਾਰਟੀਕੂਲਰ ਇੰਟਰਸਟ ਗਰੁੱਪ ਦਾ, ਇੱਕ ਪਾਰਟੀਕੂਲਰ ਇੰਡੀਵਿਜੂਅਲ ਦਾ, ਜਿੱਥੋਂ ਹੌਲੀ ਹੌਲੀ ਇਹਨਾਂ ਦੀ ਡਿਸਕਨੈਕਟ ਜਿਹੜੀ ਆ ਉਹ ਸ਼ੁਰੂ ਹੋ ਗਈ। ਜਦੋਂ ਤੁਸੀਂ ਡਿਸਕਨੈਕਟ ਹੁੰਦੇ ਹੋ ਤੇ ਫਿਰ ਤੁਹਾਡੇ ਕੋਲ ਜਿਹੜੀ ਰਿਐਲਿਟੀ ਹੈ, ਜ਼ਮੀਨੀ ਹਕੀਕਤ ਆ, ਉਹ ਤੁਹਾਡੇ ਕੋਲ ਨਹੀਂ ਪਹੁੰਚਦੀ। ਫਿਰ ਤਾਂ ਤੁਸੀਂ ਬਿਊਰੋਕ੍ਰੇਸੀ ਤੇ ਡਿਪੈਂਡ ਕਰਦੇ ਹੋ। ਬਿਊਰੋਕ੍ਰੇਸੀ ਤੇ ਡਿਪੈਂਡ ਤਾਂ ਕਰੋਗੇ ਜੇ ਤੁਸੀਂ ਪੋਲੀਟੀਕਲ ਘਾਗ ਹੈ, ਮੈਂ ਵਰਡ ਇਹ ਨਾ ਇਸ ਕਰਕੇ ਯੂਜ਼ ਕਰ ਰਿਹਾ, ਇਹਨੂੰ ਪੋਜ਼ਿਟਿਵ ਸੈਂਸ ਦੇ ਵਿੱਚ ਲੈਣਾ। ਫਿਰ ਤੁਸੀਂ ਜਿਹੜਾ ਬਿਊਰੋਕ੍ਰੈਟਿਕ ਸਟਰਕਚਰ ਵਾ ਉਹਨੂੰ ਤੁਸੀਂ ਕੰਟਰੋਲ ਕਰ ਸਕਦੇ ਹੋ, ਉਹਨੂੰ ਤੁਸੀਂ ਡੋਮੀਨੇਟ ਕਰ ਸਕਦੇ ਹੋ, ਜਾਂ ਆਪਣੀ ਕਈ ਗੱਲ ਟਰਾਂਸਲੇਟ ਕਰ ਸਕਦੇ ਜੋ। 82 ਬੰਦੇ ਕਹਿੰਦੇ ਆ ਨਵੇਂ ਆਏ ਆ, ਜਿਹੜੇ ਦੂਸਰੇ ਵੀ ਆਏ ਆ, ਕੁਝ ਨੂੰ ਛੱਡ ਕੇ ਐਕਸੈਪਸ਼ਨਸ ਹੈਗੀਆਂ। ਬਾਕੀ ਕੋਈ ਵੀ ਬੰਦਾ ਜਿਹੜਾ ਪੋਲੀਟੀਕਲ ਪ੍ਰੋਸੈਸ ਬਾਰੇ ਜਾਂ ਪੋਲੀਟੀਕਲ ਸਿਸਟਮ ਬਾਰੇ ਜਾਂ ਪੋਲੀਟੀਕਲ ਇੰਸਟੀਟਿਊਸ਼ਨਸ ਬਾਰੇ ਮੈਨੂੰ ਨਹੀਂ ਲੱਗਦਾ ਕਿ ਉਹਨੂੰ ਇਸ ਕਿਸਮ ਦਾ ਗਿਆਨ ਹੋਵੇ ਕਿ ਜਿਹੜੀਆਂ ਪੰਜਾਬ ਦੀਆਂ ਢਾਂਚਾਗਤ ਸਮੱਸਿਆਵਾਂ ਹੈਗੀਆਂ, ਜਿਹਦੇ ਵਿੱਚ ਪੰਜਾਬ ਨੇ ਇਹਨਾਂ ਨੂੰ ਇਸ ਕਰਕੇ ਚੁਣਿਆ ਸੀਗਾ ਕਿ ਸਟੇਟਸਮੈਨ ਲਾਈਕ ਬਿਹੇਵ ਕਰਨਗੇ, ਉਹਨਾਂ ਢਾਂਚਾਗਤ ਸਮੱਸਿਆ ਨੂੰ ਲੈ ਕੇ ਉਹਨੂੰ ਰਿਜ਼ੋਲਵ ਕਰਨਗੇ। ਸੰਗਰੂਰ ਦੀ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਇੱਕ ਕਿਸਮ ਦਾ ਜਿਹੜਾ ਟ੍ਰੇਲਰ ਲੋਕਾਂ ਨੇ ਦਿਖਾਇਆ ਸੀਗਾ, ਉਹ ਤੋਂ ਸਮਝਣ ਦੀ ਲੋੜ ਸੀ। ਠੀਕ ਆ, ਕੁਝ ਕੰਮ ਇਹਨਾਂ ਨੇ ਕੀਤੇ ਆ, ਉਹ ਲੋਕਾਂ 'ਚ ਅਪੀਲ ਵੀ ਕਰਦੇ ਆ। ਸੇ ਫਾਰ ਐਗਜ਼ਾਮਪਲ ਰਿਕਰੂਟਮੈਂਟ ਵਾਲੀ ਗੱਲ ਹੈਗੀ ਆ, ਬਿਜਲੀ ਦੀ ਵੀ ਗੱਲ ਆਉਂਦੀ ਆ ਕਿ ਉਹਨਾਂ ਨੇ ਫ੍ਰੀ ਦਿੱਤੀ। ਪਰ ਮੈਂ ਇਸ ਗੱਲ ਦਾ ਤੁਹਾਡੇ ਔਨ ਰਿਕਾਰਡ ਕੀਤਾ ਕਿ ਇਹ ਜਿਹੜੀ ਹੈਗੀ ਆ ਫ੍ਰੀਬੀਜ਼ ਆ, ਇਹ ਡਿਸਕ੍ਰਿਮੀਨੇਟਰੀ ਜਿਹੜੀ ਨੌਨ ਡਿਸਕ੍ਰਿਮੀਨੇਟਰੀ ਨਹੀਂ ਹੋਣੀ ਚਾਹੀਦੀ। ਇਹਦੇ ਵਿੱਚ ਪੋਜ਼ਿਟਿਵ ਡਿਸਕ੍ਰਿਮੀਨੇਸ਼ਨ ਹੋਣਾ ਚਾਹੀਦਾ। ਜਿੱਥੇ ਜਿੱਥੇ ਲੋਕੀ ਦੇ ਸਕਦੇ ਆ, ਕਰ ਸਕਦੇ ਆ। ਰਿਸੋਰਸਿਸ ਦੀ ਪੰਜਾਬ ਨੂੰ ਬਹੁਤ ਲੋੜ ਆ, ਕਰਜ਼ਾ ਪੰਜਾਬ ਦੇ ਵਿੱਚ ਬਹੁਤ ਆ। ਹੌਲੀ ਹੌਲੀ ਇਹ ਉਸੇ ਪਾਸੇ ਲਾ ਗਏ। ਤੁਸੀਂ ਦੇਖੋ ਕਿ ਜੋ ਕੁਝ ਹੈਗਾ ਸਾਰਾ ਕੁਝ ਸੈਂਟਰਲਾਈਜ਼ ਜਿਹੜਾ ਹੈਗਾ ਉਹ ਚੀਫ ਮਿਨਿਸਟਰ ਕੋਲ ਆ। ਚੀਫ ਮਿਨਿਸਟਰ ਸਾਰਾ ਕੰਮ ਜਿਹੜਾ ਉਹ ਨਹੀਂ ਕਰ ਸਕਦਾ। ਜਦੋਂ ਤੁਹਾਡੇ ਕੋਲ ਸੈਂਟਰਲਾਈਜੇਸ਼ਨ ਹੁੰਦੀ ਆ, ਪਾਵਰ ਦੀ ਸੈਂਟਰਲਾਈਜੇਸ਼ਨ ਹੁੰਦੀ ਆ, ਤੁਸੀਂ ਲੋਕਾਂ ਕੋਲ ਓਬੀਡੀਐਂਸ ਮੰਗਦੇ ਜੋ। ਇਹ ਕੋਈ ਲੈਫਟ ਪਾਰਟੀ ਵਾਲਾ ਕੰਮ ਤਾਂ ਹੈ ਨਹੀਂ ਹੈ, ਵਨ ਪਾਰਟੀ ਸਿਸਟਮ ਤਾਂ ਨਹੀਂ ਹੈਗਾ, ਇੱਥੇ ਹੋਰ ਪਾਰਟੀਆਂ ਵੀ ਬੈਠੀਆਂ। ਫਿਰ ਤੁਹਾਡੇ ਕੋਲ ਗਲਤੀਆਂ ਹੁੰਦੀਆਂ। ਜਦੋਂ ਗਲਤੀ ਤੁਸੀਂ ਕਰਦੇ ਹੋ, ਤੁਸੀਂ ਫਿਰ ਲੋਕਾਂ ਨੂੰ ਰਿਡੀਕਿਊਲ ਕਰਦੇ ਜੋ। ਤੇ ਜਿਹੜਾ ਰਿਡੀਕਿਊਲ ਹੁੰਦਾ ਵਾ, ਵੋਟਰ ਜਿਹੜਾ ਸੋਚਦਾ ਰਹਿੰਦਾ। ਵੋਟਰ ਅਲਟੀਮੇਟ ਆਟੋਨਮਸ ਆ, ਉਹਨੂੰ 5 ਸਾਲਾਂ ਦੇ ਵਿੱਚ ਸਰਕਾਰ ਨੂੰ ਸਿੱਧਿਆਂ ਕਰਨ ਵਾਸਤੇ 3 ਮੌਕੇ ਮਿਲਦੇ ਆ। ਔਰ ਉਹਦੇ ਵਿੱਚ ਖਾਸ ਕਰ ਜਿਹੜੀ ਇਲੈਕਸ਼ਨ ਹੈਗੀ ਆ, ਉਹ ਤਾਂ ਲੋਕ ਹੀ ਦੱਸਣਗੇ ਕਿਹੜੇ ਪਾਸੇ ਨੂੰ ਜਾ ਰਹੇ। ਹਾਂ, ਇਹ ਠੀਕ ਆ ਕਿ ਕੰਪੀਟੀਸ਼ਨ ਬਹੁਤ ਟਫ ਹੈਗਾ ਵਾ। ਖਾਸ ਕਰਕੇ ਬੀਜੇਪੀ ਨੂੰ ਆਪਾਂ ਅੰਡਰ ਐਸਟੀਮੇਟ ਮੈਨੂੰ ਲੱਗਦਾ ਵੀ ਨਹੀਂ ਕਰਨਾ ਚਾਹੀਦਾ। ਕੁਝ ਲੋਕ ਕਰ ਰਹੇ ਆ। ਜਿਸ ਤਰੀਕੇ ਨਾਲ ਉਹ ਕੋਲ ਰਿਸੋਰਸਿਸ ਹੈਗੇ ਆ, ਜਿਸ ਤਰੀਕੇ ਦੇ ਨਾਲ ਉਹ ਕੋਲ ਮਿਹਨਤ ਤੇ ਮਟੀਰੀਅਲ ਦੋਨੋਂ ਸੋਰਸਿਸ ਆ, ਜਾਂ ਪਾਵਰ ਉਹਦੇ ਕੋਲ ਹੈਗੀ ਆ, ਉਹ ਕੋਸ਼ਿਸ਼ ਕਰੂਗੀ। ਕਿਹਨੂੰ ਸੱਟ ਜ਼ਿਆਦਾ ਲਾਉਂਦੀ ਆ? 4 ਧਿਰਾਂ ਦੇ ਵਿੱਚ ਲੜਾਈ ਹੈਗੀ ਆ। ਜਿਹੜਾ ਮਾਰਜਨ ਹੋਊਗਾ ਉਹ ਬਹੁਤ ਥੋੜਾ ਹੋਣਾ ਵਾ। ਜਿਹੜੇ ਗਰੁੱਪ ਨੂੰ, ਚਾਹੇ ਉਹ ਇਕਨੋਮਿਕ ਗਰੁੱਪ ਹੋਵੇ, ਮੈਨੂੰ ਕਈ ਵਾਰੀ ਲੱਗਦਾ ਕਿ ਜੇ ਹੁਣ ਗਰੀਬ ਲੋਕਾਂ ਦੀ ਜ਼ਿਆਦਾ ਵੋਟ ਪਈ ਆ, ਲੋਅਰ ਮਿਡਲ ਕਲਾਸ ਦੀ ਜ਼ਿਆਦਾ ਵੋਟ ਪਈ ਆ, ਤੇ ਉਹਦਾ ਜਿਹੜਾ ਮੀਨਿੰਗ ਹੋਊਗਾ ਇਸ ਇਲੈਕਸ਼ਨ ਦੀ ਆਊਟਕਮ ਦੇ ਵਿੱਚ ਹੋਰ ਹੋਊਗਾ। ਉਹਦੇ ਵਿੱਚ ਖਾਸ ਕਰਕੇ ਜਿਹੜਾ ਉਹ ਇਨਸਟੈਂਟ ਜਿਹੜਾ ਲੋਕਾਂ ਨੂੰ ਥੋੜਾ ਆਸ ਮਿਲੀ ਆ, ਚਾਹੇ ਉਹ ਬਿਜਲੀ ਵਾਲਾ ਪਾਸਾ ਹੈ ਜਾਂ ਦੂਸਰਾ ਪਾਸਾ ਹੈ, ਕਿਉਂਕਿ ਆਮ ਲੋਕੀ ਰੋਟੀ ਰੋਜੀ ਨਾਲ ਜ਼ਿਆਦਾ ਜੁੜੇ ਆ, ਆਪਣੀਆਂ ਰੋਜ਼ ਦੀਆਂ ਉਹਨਾਂ ਚੀਜ਼ਾਂ ਦੇ ਨਾਲ ਜੁੜੇ ਆ। ਇਹ ਵੀ ਲੋਕੀ ਦੇਖਦੇ ਸੁਣੇ ਗਏ ਆ ਵੀ ਪਹਿਲੀਆਂ ਪਾਰਟੀਆਂ ਕਿਹੜੀਆਂ ਚੰਗੀਆਂ ਸੀਗੀਆਂ।
ਕਿ ਜਦੋਂ ਉਹਨਾਂ ਨਾਲ ਥੋੜਾ ਬਹੁਤਾ ਕੰਪੇਅਰ ਕਰਦੇ ਆ, ਥੋੜਾ ਬਹੁਤਾ ਉਹਨਾਂ ਨੂੰ ਲੱਗਦਾ ਵਾ ਕਿ ਇਹ ਜਿਹੜਾ ਹੈਗਾ ਕਿ ਠੀਕ ਠਾਕ ਆ, ਚਲੋ ਕੰਮ ਚਲਾਇਆ ਜਾ ਸਕਦਾ, ਸਰਕਾਰ ਹੈਗੀ ਆ, 4 ਸਾਲ ਰਹਿਣੀ ਆ। ਪਰ ਕੁੱਲ ਮਿਲਾ ਕੇ ਦੇਖਿਆ ਜਾਵੇ, ਜਦੋਂ ਮੈਂ ਕਿਹਾ ਸੀਗਾ ਵੀ ਇਨ ਕੇਸ ਇਹ ਜਿੱਤ ਵੀ ਜਾਂਦੇ ਆ, ਪਰ ਜਿਸ ਮਨਸ਼ਾ ਦੇ ਨਾਲ, ਜਿਸ ਲੋਕਾਂ ਨੇ ਆਪਣੀ ਚਾਹਤ ਦੇ ਨਾਲ ਇਹਨਾਂ ਨੂੰ ਅੱਗੇ ਲਿਆਂਦਾ ਗਿਆ ਸੀਗਾ, ਉਹ ਜਿਹੜੀ ਵੱਡੀ ਲੜਾਈ ਸੀ ਉਹਦੇ ਵਿੱਚ ਹੌਲੀ ਹੌਲੀ ਇਹ ਥੋੜਾ ਜਿਹੜਾ ਉਹ ਖਿਸਕਣਾ ਸ਼ੁਰੂ ਹੋ ਗਿਆ। ਇਸ ਲਈ ਇਹਨਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਲਈ ਸਮੱਸਿਆ ਜਿਹੜੀ ਆ ਉਹ ਵੱਡੀ ਹੋ ਸਕਦੀ ਆ, 24 ਚ ਵੀ ਹੋ ਸਕਦੀ ਆ, ਜਾਂ ਉਸ ਤੋਂ ਬਾਅਦ ਤੱਕ ਸ਼ਾਇਦ ਜਿਹੜਾ ਹੋਰ ਜ਼ਿਆਦਾ ਜਿਹੜਾ ਚੈਲੰਜ ਵੱਧ ਸਕਦਾ। ਇੱਕ ਛੋਟੀ ਜਿਹੀ ਟਿੱਪਣੀ ਮੈਂ ਤੁਹਾਡੇ ਤੋਂ ਹੋਰ ਲੈਣੀ ਆ, ਫਿਰ ਆਖਰੀ ਲਫ਼ਜ਼ ਲੈਣੇ ਆ ਸਰਦਾਰ ਹਮੀਰ ਸਿੰਘ ਹੋਰਾਂ ਤੋਂ। ਸਿਰਫ ਮੈਨੂੰ ਇਹ ਦੱਸੋ ਕਿ ਅਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮਰਹੂਮ, ਉਹਨਾਂ ਦੇ ਜਾਣ ਤੋਂ ਬਾਅਦ ਅਕਾਲੀ ਦਲ ਕਿੱਥੇ ਖੜਾ? ਅਕਾਲੀ ਦਲ ਕੁਝ ਗੇਨ ਕਰ ਰਿਹਾ? ਜਿਸ ਤਰੀਕੇ ਨਾਲ ਉਹਨਾਂ ਨੇ ਇਹ ਕੰਪੇਨ ਕੀਤੀ ਹੈ, ਵਿੱਚ ਉਹਨਾਂ ਨੂੰ ਬ੍ਰੇਕ ਵੀ ਲੈਣੀ ਪੈਗੀ, ਔਰ ਜਿਸ ਤਰੀਕੇ ਨਾਲ ਫਿਰ ਉਹ ਹਮਲਾਵਰ ਹੋ ਕੇ ਆਏ ਦੁਬਾਰਾ, ਉਹਨਾਂ ਦੀ ਸਥਿਤੀ ਕੀ ਦੇਖਦੇ ਹੋ ਤੁਸੀਂ? ਅਕਾਲੀ ਦਲ ਦਾ ਰਿਵਾਈਵਲ ਕਿਸਾਨੀ ਚੋਂ ਹੋ ਸਕਦਾ, ਪੀਜ਼ੈਂਟਰੀ ਚੋਂ ਹੋ ਸਕਦਾ। ਅਕਾਲੀ ਦਲ ਕ੍ਰਾਸ ਰੋਡ ਦੇ ਉੱਤੇ ਆ, ਸੀਰੀਅਸ ਕ੍ਰਾਈਸਿਸ ਹੈਗਾ। ਦੂਸਰੀ ਗੱਲ ਹੈਗੀ ਕਿ ਜਿਹੜਾ 70s 80s 90s ਵਾਲੀ ਜਿਹੜੀ ਵੇਵ ਹੁੰਦੀ ਸੀ, ਜਾਂ ਤੁਸੀਂ ਇੱਕ ਸਿੰਬਲ ਲੈ ਕੇ ਲੋਕਾਂ ਨੂੰ ਅਪੀਲ ਕਰਦੇ ਸੀਗੇ, ਉਹਦਾ ਬਹੁਤਾ ਜ਼ਿਆਦਾ ਨਾ ਕਮਿਊਨਿਟੀ ਦੇ ਉੱਤੇ, ਜਾਂ ਨਾ ਰਿਲੀਜੀਅਸ ਕਮਿਊਨਿਟੀ ਦੇ ਉੱਤੇ, ਨਾ ਕਾਸਟ ਕਮਿਊਨਿਟੀ ਦੇ ਉੱਤੇ, ਜਾਂ ਅਰਬਨ ਤੇ ਰੂਰਲ ਦੇ ਵਿੱਚ ਬਹੁਤਾ ਅਸਰ ਨਹੀਂ ਪੈਂਦਾ। ਵੋਟਰ ਜਿਹੜਾ ਹੈਗਾ ਵਾ ਉਹ ਜ਼ਿਆਦਾ ਆਟੋਨਮਸ ਹੋ ਗਿਆ। ਮੈਨੂੰ ਇਹ ਲੱਗਦਾ ਕਿ ਇੱਕ ਘਰ ਦੇ ਵਿੱਚ ਵੀ ਕਈ ਵਾਰੀ ਦੇਖਿਆ ਹੈ ਕਿ 3 ਜਗ੍ਹਾ ਦੇ ਉੱਤੇ, ਹੁਣ ਤਾਂ 4 ਜਗ੍ਹਾ ਤੇ ਵੀ ਹੋ ਸਕਦਾ ਕਿ ਉਹ ਟੱਬਰ ਦੇ ਜਿਹੜੇ ਜੀ ਹੈਗੇ ਆ, ਵੱਖਰੀ ਵੱਖਰੀ ਉਹਨਾਂ ਦੀ ਚੋਇਸ ਹੈਗੀ ਆ। ਅਕਾਲੀ ਦਲ ਨੇ ਜੇ ਰਿਵਾਈਵ ਕਰਨਾ ਤੇ ਇਹਨੂੰ ਆਪਣੇ ਪੈਰਾਂ ਤੇ ਆਪ ਖੜਾ ਹੋਣਾ ਪਊਗਾ। ਉਹਦੇ ਵਾਸਤੇ ਤੁਸੀਂ ਦੇਖੋ ਵੀ ਵੱਡਾ ਇਹਦਾ ਜਿਹੜਾ ਕੇਡਰ ਸੀਗਾ, ਜਿਹੜੇ ਪਿਛਲੇ ਕੈਂਡੀਡੇਟ ਸੀਗੇ, ਉਹ ਖੁਰ ਗਿਆ, ਉਹ ਚਲਾ ਗਿਆ। ਇਹਦਾ ਰਿਵਾਈਵਲ ਤਾਂ ਹੀ ਪੋਸੀਬਲ ਆ ਕਿ ਜਿੱਦਾਂ ਮੈਂ ਕਿਹਾ ਕਿ ਰੂਰਲ ਏਰੀਆ ਦੇ ਵਿੱਚ, ਪੀਜ਼ੈਂਟਰੀ ਦੇ ਵਿੱਚ, ਜਾਂ ਜਿਹੜਾ ਖਾਸ ਕਰਕੇ ਜਿਹੜਾ ਸਿੱਖ ਭਾਈਚਾਰਾ ਅਰਬਨ ਹੈਗਾ ਵਾ, ਜੇ ਉਹਦੇ ਵਿੱਚ ਆਪਣਾ ਇਮੇਜ ਸੁਧਾਰਦੇ ਆ। ਇਮੇਜ ਸੁਧਾਰਨ ਦਾ ਇੱਕੋ ਹੈ ਕਿ ਇਸ ਵੇਲੇ ਲੀਡਰਸ਼ਿਪ ਦਾ ਜਿਹੜਾ ਹੈਗਾ ਉਹਦੇ ਉੱਤੇ ਕਾਫੀ ਜ਼ਿਆਦਾ ਲੋਕਾਂ ਦਾ ਕਿੰਤੂ ਪਰੰਤੂ ਹੈਗਾ। ਜੇ ਜਿਸ ਤਰੀਕੇ ਨਾਲ ਉਹ ਝੁੰਦਾ ਕਮੇਟੀ ਬਣੀ ਸੀਗੀ, ਜੇ ਉੱਦਾਂ ਦਾ ਕੋਈ ਵੇ ਆਊਟ ਲੱਭਦੇ ਆ, ਯੂਥ ਦੇ ਵਿੱਚ ਆਪਣੀ ਪੈੜ ਬਣਾਉਂਦੇ ਆ, ਕੋਈ ਵੀ ਪੋਲੀਟੀਕਲ ਪਾਰਟੀ ਇਸ ਵੇਲੇ ਲੰਮਾ ਸਮਾਂ ਸਰਵਾਈਵ ਨਹੀਂ ਕਰ ਸਕਦੀ ਜੇ ਉਹ ਜਿਹੜਾ ਯੂਥ ਹੈਗਾ ਵਾ, ਜਿਹੜਾ ਉਹ ਵਰਗ ਹੈਗਾ, ਉਹਨੂੰ ਆਪਣੇ ਵਾਲੇ ਪਾਸੇ ਨਹੀਂ ਖਿੱਚਦੀ। ਉਹਨਾਂ ਨੂੰ ਤੁਸੀਂ ਤਾਂ ਹੀ ਖਿੱਚ ਸਕਦੇ ਜੋ ਜੇ ਉਹਨਾਂ ਨੂੰ ਕੋਈ ਨਾ ਕੋਈ ਤੁਸੀਂ ਆਸ ਦਿਖਾਉਂਦੇ ਜੋ। ਆਸ ਕਹਿਣ ਦੇ ਵਿੱਚ ਨਹੀਂ ਹੋਣੀ ਚਾਹੀਦੀ, ਆਸ ਕਰਨੀ ਦੇ ਵਿੱਚ ਹੋਣੀ ਚਾਹੀਦੀ ਆ। ਜੇ ਅਕਾਲੀ ਦਲ ਇਸ ਪਾਸੇ ਪਲ ਤੁਰਦਾ, ਅਕਾਲੀ ਦਲ ਕੋਲ ਅਜੇ ਵੀ 18-20% ਵੋਟ ਸ਼ੇਅਰ ਲੈ ਕੇ ਚੱਲਦਾ, ਤੋ ਇਸ ਕਰਕੇ ਉਹਦਾ ਬੇਸ ਤਾਂ ਹੈਗਾ ਵਾ। ਜੇ ਉਹ ਬੇਸ ਨੂੰ ਸਟਰੈਂਥਨ ਕਰਦਾ, ਇਹ ਡਿਪੈਂਡ ਕਰਦਾ ਇਹਦੇ ਆਰਗੇਨਾਈਜੇਸ਼ਨ ਢਾਂਚੇ ਦੇ ਉੱਤੇ, ਇਹ ਡਿਪੈਂਡ ਕਰਦਾ ਲੀਡਰਸ਼ਿਪ ਦਾ ਜਿਹੜਾ ਕੀ ਪ੍ਰੋਗਰਾਮ ਆ ਆਉਣ ਵਾਲੇ ਸਮੇਂ ਦੇ ਵਿੱਚ। ਜੇ ਸਰਦਾਰ ਹਮੀਰ ਸਿੰਘ ਜੀ 18-20% ਵੋਟ ਪ੍ਰਤੀਸ਼ਤ ਲੈ ਕੇ ਅਕਾਲੀ ਦਲ ਚੱਲੇ ਤੇ ਬਸਪਾ ਦੀ 2 ਲੱਖ ਨਾ ਵੀ ਹੋਵੇ, ਜੇ 1.5 ਲੱਖ ਵੀ ਰਹਿ ਜੇ, ਅਦਰਵਾਈਜ਼ ਕਿਉਂਕਿ ਕੰਪੀਟੀਸ਼ਨ ਬੜਾ ਹੈ, ਤਾਂ ਫਿਰ ਤਾਂ ਮੁਕਾਬਲੇ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਕਿਸੇ ਨੂੰ ਵੀ ਠਿੱਪੀ ਲਾ ਸਕਦੇ। ਪਰ ਬੀਜੇਪੀ ਜਿਹਨੇ ਇੰਨੀ ਸਖਤ ਮਿਹਨਤ ਕੀਤੀ ਹੈ, ਬੀਜੇਪੀ ਜਿਹੜੀ ਪਿੰਡ ਪੱਧਰ ਤੱਕ ਪਹੁੰਚ ਕਰਨ ਚ ਸਮਰੱਥ ਰਹੀ ਹੈ, ਔਰ ਖਾਸ ਤੌਰ ਤੇ ਜਿਨ੍ਹਾਂ ਨੇ ਰਿਸੋਰਸਸ ਬਹੁਤ ਲਾਏ ਨੇ, ਮੰਤਰੀ MP ਬਿਠਾਏ ਰੱਖੇ, ਰੋਡ ਸ਼ੋਅ ਵੀ ਉਹਨਾਂ ਦੇ ਭਰਵੇਂ, ਸਾਰਾ ਕੁਝ ਸੀਗਾ, ਫਿਰ ਉਹਨਾਂ ਲਈ ਕਿੰਨੀ ਕੁ ਸਪੇਸ ਬਚਦੀ ਹੈ? ਕਿਉਂਕਿ ਜੇ ਇਹ ਸਾਰੀਆਂ ਧਿਰਾਂ ਅਗਰੈਸਿਵਲੀ ਆਪਣੀ ਆਪਣੀ ਜਗ੍ਹਾ ਜਿਹੜੀ ਉਹ ਜ਼ਿਆਦਾ ਗ੍ਰੈਬ ਕਰ ਰਹੀਆਂ ਤੇ ਜਗ੍ਹਾ ਮਰ ਕੇ ਦੀ ਰਹੀ ਹੈ। ਅਸਲ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਜਗ੍ਹਾ ਤਾਂ ਉਨੀ ਹੋ ਹੈ ਸਾਰੇ ਕਿਤੇ। ਬੀਜੇਪੀ ਨੇ ਜਿਹੜੀ ਜ਼ਿਆਦਾ ਟਰਾਈ ਕੀਤੀ ਹੈ, ਲਗਭਗ 1.5 ਲੱਖ ਪ੍ਰਵਾਸੀ ਵੋਟ ਵੀ ਹੈ ਇਹ 16 ਲੱਖ ਚ ਜਿਹੜੀ ਜਲੰਧਰ ਦੀ ਹੈ, ਮਤਲਬ ਸ਼ਹਿਰੀ ਬਾਕੀ ਵੋਟ ਦੇ ਮੁਕਾਬਲੇ। ਇਸੇ ਲਈ ਤੁਸੀਂ ਦੇਖੋ ਭੋਜਪੁਰੀ ਐਕਟਰ ਲਿਆਂਦਾ ਕੀ ਨਰੂਆ, ਤੇ ਉਹ ਇਕੱਠ ਵੀ ਉਹਨੂੰ ਬਣਾ ਕੇ ਹੈ। ਨਰੂਆ ਕਾਫੀ ਮਸ਼ਹੂਰ ਭੋਜਪੁਰੀ ਜਿਹੜਾ ਐਕਟਰ ਡਾਇਰੈਕਟਰ ਹੈ, ਤੇ ਔਰ ਉਹਨੂੰ ਲਿਆਂਦਾ ਤੇ ਉਹਦੇ ਚ। ਔਰ ਇਹ ਵੀ ਇੱਕ ਗੱਲ ਜਿਹੜੀ ਜਲੰਧਰ ਦੇ ਪੱਤਰਕਾਰਾਂ ਨੂੰ ਪਤਾ ਹੈ ਕਿ ਯੂਪੀ ਚ ਜਿਹੜੇ ਇਹਨਾਂ ਦੇ ਪਿੱਛੇ ਬੰਦੇ ਨੇ, ਯੂਪੀ ਤੋਂ ਟੈਲੀਫੋਨ ਪਰਿਵਾਰਾਂ ਨੂੰ ਕਰਾਏ ਗਏ ਨੇ ਲਗਾਤਾਰ ਕਿ ਤੁਸੀਂ ਵੋਟ ਕਿੱਧਰ ਪਾਉਣੀ ਹੈ, ਕਿਉਂਕਿ ਯੂਪੀ ਚ ਸਰਕਾਰ ਹੈ ਤੇ ਸਾਰਾ ਤੰਤਰ ਵੀ ਉਸ ਲੈਵਲ ਦਾ। ਹੁਣ ਉਹਦਾ ਕਿੰਨਾ ਇੰਪੈਕਟ ਪੈਂਦਾ, ਕਿੰਨੇ ਟੈਲੀਫੋਨ ਦੀ ਮਾਤਰਾ ਨਹੀਂ ਪਤਾ ਕੀ ਹੈ। ਜਿਵੇਂ ਆਮ ਆਦਮੀ ਪਾਰਟੀ ਵੇਲੇ ਕਦੇ NRI ਤੋਂ ਕਰਾਏ ਜਾਂਦੇ ਸੀ, ਤੇ ਉਵੇਂ ਇਹ ਵਰਤਿਆ ਗਿਆ ਇੱਕ ਤਰੀਕਾ ਹੈ ਇਸ ਵਾਰ ਜਲੰਧਰ ਦੀ ਇਲੈਕਸ਼ਨ ਚ, ਜਿਹੜਾ ਫੈਕਟਰ ਮੇਰਾ ਖਿਆਲ ਹੈ ਐਨਾਲਿਸਿਸ ਚ ਨਹੀਂ ਆਉਂਦਾ ਬਹੁਤੀ ਵਾਰ, ਜੇਕਰ ਜਿਹੜਾ ਜੇ ਤੱਥ ਉਸ ਲੈਵਲ ਤੇ ਸਾਹਮਣੇ ਨਾ ਹੋਣ। ਪਰ ਮੈਨੂੰ ਇਹ ਲੱਗਦਾ ਕਿ ਜਿਹੜਾ ਟੋਟਲ ਵਪਾਰੀ ਤਬਕਾ ਜਾਂ ਹਿੰਦੂ ਨਾ, ਉਹ ਬਹੁਤ ਚੀਜ਼ਾਂ ਦੇਖਦਾ, ਉਹ ਮੈਚਿਓਰਿਟੀ ਇੰਨੀ ਉਹਦੇ ਚ ਹੈ ਕਿ ਉਹਨੇ ਇਸ ਸਮੇਂ ਬੀਜੇਪੀ ਨਾਲ ਜਾਣਾ ਜਾਂ ਕਾਂਗਰਸ ਨਾਲ ਜਾਣਾ ਜਾਂ ਕਿਹਦੇ ਨਾਲ ਮੇਨਲੀ, ਔਰ ਉਹ ਉਵੇਂ ਵਿਵਹਾਰ ਕਰਦਾ ਬਿਨਾਂ ਵੋਕਲ ਹੋਏ।
ਔਰ ਜਿਹੜੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ, ਜਿਸ ਲੈਵਲ ਤੇ ਉਹਨੇ ਵੋਟ ਕਰਨਾ ਹੈ ਜਾਂ ਕਿਸ ਲੈਵਲ ਤੇ ਕਰਨਾ ਹੈ। ਔਰ ਅਕਾਲੀ ਦਲ ਦਾ ਬਿਲਕੁਲ ਇਹ ਗੱਲ ਠੀਕ ਹੈ ਕਿ ਜਿਹੜੀ ਪਿਛਲੀਆਂ ਅਸੈਂਬਲੀ ਚੋਣਾਂ ਵੀ ਹੋਈਆਂ, ਜਦੋਂ ਕੇਵਲ 3 ਸੀਟਾਂ ਆਈਆਂ ਨੇ ਅਕਾਲੀ ਦਲ ਨੂੰ, ਉਦੋਂ ਵੀ ਇਹਦਾ 9 ਚੋਂ 4 ਕੰਸਟੀਚੁਐਂਸੀ ਚ ਲਗਭਗ ਸੈਕੰਡ ਕੈਂਡੀਡੇਟ ਅਕਾਲੀ ਦਲ ਦਾ ਰਿਹਾ। ਐਸੀ ਗੱਲ ਨਹੀਂ ਹੈ ਕਿ ਬਿਲਕੁਲ ਦੁਆਬੇ ਚ ਅਕਾਲੀ ਦਲ ਦਾ ਜਾਂ ਉਸ ਲੈਵਲ ਤੇ ਨਹੀਂ ਹੈ। ਇਹ ਠੀਕ ਹੈ ਕਿ ਅਰਬਨ ਸੀਟਾਂ ਬਹੁਤ ਜ਼ਿਆਦਾ ਨੇ, 4 ਸੀਟਾਂ ਕੱਲੀਆਂ ਅਰਬਨ ਨੇ, ਤੇ ਉੱਥੇ ਉਹਨਾਂ ਨਹੀਂ ਹੋਏਗਾ। ਹੁਣ ਉਹ ਕਿੰਨਾ ਸਿੱਧਤ ਨਾਲ ਉਹ ਵੋਟ ਜਿੰਨੀ ਕਿ ਇਹਨਾਂ ਨੂੰ ਅਸੈਂਬਲੀ ਚ ਵੀ ਪਈ, ਉਨੀ ਦੁਬਾਰਾ ਰਿਟੇਨ ਹੁੰਦੀ ਹੈ। ਫਿਰ ਕੀ ਟੋਟਲ ਬੀਐਸਪੀ ਦੀ ਟੋਟਲ ਟਰਨ ਹੋ ਜਾਂਦੀ ਹੈ ਜਾਂ ਨਹੀਂ ਹੋ ਜਾਂਦੀ, ਇਹ ਅਸਲ ਚ ਕੈਲਕੂਲੇਸ਼ਨਾਂ ਨੇ, ਹਜੇ ਕਲਪਨਾ ਦੀ ਗੱਲ ਹੈ। ਮਤਲਬ ਇਹ ਕਾਫੀ ਔਖਾ ਜਿਹਾ ਸਵਾਲ ਹੈ ਕਿ ਕਿੰਨੀ ਹੁੰਦੀ ਹੈ ਕਿੰਨੀ ਨਹੀਂ ਹੁੰਦੀ। ਹੋਰ ਬਹੁਤ ਕਾਰਨ ਹੋ ਜਾਂਦੇ ਨੇ। ਹਾਂ, ਉਹਨਾਂ ਨੇ ਟਰਾਈ ਕੀਤੀ ਹੈ ਇਹ ਕਹਿ ਕੇ ਕਿ ਬੀਐਸਪੀ ਜ਼ੋਰ ਲਾ ਦੇ ਪੂਰਾ ਕਿ ਤੁਹਾਨੂੰ ਬੰਗੇ ਦੀ ਸੀਟ ਛੱਡ ਦਿਆਂਗੇ ਜੇ ਆਪਾਂ ਜਿੱਤ ਜਾਂਦੇ ਆ। ਇਸ ਕਰਕੇ ਬੀਜੇਪੀ ਬੀਐਸਪੀ ਦਾ ਪ੍ਰਧਾਨ ਰੈਗੂਲਰ ਕੰਪੇਨ ਚ ਰਿਹਾ ਅਕਾਲੀ ਦਲ ਦੇ ਮੇਨ ਲੀਡਰਾਂ ਵਾਂਗ। ਇਹ ਚ ਤਾਂ ਕੋਈ ਸ਼ੱਕ ਨਹੀਂ ਕਿ ਉਹਨਾਂ ਨੇ ਜ਼ੋਰ ਨਹੀਂ ਲਾਇਆ, ਆਪਣੇ ਪੱਧਰ ਤੇ ਜ਼ੋਰ ਇਸ ਵਾਰ ਲਾਇਆ ਦਿਖਾਈ ਦਿੰਦਾ, ਪਰ ਰਿਜ਼ਲਟ ਉੱਥੇ ਇਸੇ ਕਰਕੇ ਚੌਕੰਨਾ ਮੁਕਾਬਲਾ ਨਜ਼ਰ ਆਉਂਦਾ ਹੈ। ਮਤਲਬ ਜੀ, ਔਰ ਇਹ ਨਹੀਂ ਕਹਿ ਸਕਦੇ ਵੀ ਇੱਕ ਬਹੁਤ ਹੀ ਪਛੜ ਗਿਆ ਤੇ ਦੂਜੇ ਨੂੰ ਵੋਟ ਹੀ ਨਹੀਂ ਪਈ, ਉਹੋ ਜੀ ਗੱਲ ਤਾਂ ਨਹੀਂ ਹੈ। ਹਾਂ, ਸਿਮਰਜੀਤ ਮਾਨ ਦੇ ਗਰੁੱਪ ਨੂੰ ਵੀ ਇਹ ਗੱਲ ਹੈ ਕਿ ਪਹਿਲਾਂ 250 ਕਿਤੋਂ 500 ਇੰਨੀ ਪੈਂਦੀ ਸੀ ਜਲੰਧਰ ਦੇ ਇਸ ਉੱਚ, ਐਤਕੀ ਕਹਿੰਦੇ ਨੇ ਕੁਝ ਹਜ਼ਾਰ ਵੋਟ ਜ਼ਰੂਰ ਮਿਲੇਗੀ। ਜਿਹਾ ਜਿਹਾ ਬੂਥਾਂ ਤੇ ਥੋੜੀ ਬਹੁਤ ਵੋਟ ਪੈਂਦੀ ਨਜ਼ਰ ਆਈ ਹੈ ਕੰਪੈਰੀਟਿਵਲੀ ਪਹਿਲਾਂ ਨਾਲੋਂ ਕੁਝ ਫਰਕ ਪਊਗਾ ਜ਼ਰੂਰ। ਸਰਦਾਰ ਪ੍ਰੋਫੈਸਰ ਜਗਰੂਪ ਸਿੰਘ ਜੀ, ਇੱਕ ਦੋ ਥਾਵਾਂ ਤੇ ਐਸੇ ਬੂਥ ਲੱਗੇ ਵੀ ਵੇਖੇ ਜਿਹੜੇ ਸਿੱਧੂ ਮੂਸੇਵਾਲੇ ਦੀ ਫੋਟੋ ਨਾ ਲੱਗੇ ਸੀ, ਉਹ ਸ਼ਾਇਦ ਕਿਸੇ ਨੂੰ ਵੀ ਨਾ ਵੋਟ ਪਾਉਣ ਲਈ ਪ੍ਰੇਰਿਤ ਕਰ ਰਹੇ ਹੁਣ ਨੋਟਾਲ ਵਾਲੇ। ਚਲੋ ਆਪਾਂ ਇਹਨੂੰ ਇੱਕ ਪਾਲੀ ਪਾਸੇ ਰੱਖ ਲੈਂਦੇ ਆ। ਆਖਰੀ ਗੱਲ ਜਿਹੜੀ 1.5 ਮਿੰਟ ਚ ਮੁਕਾ ਲਈਏ, ਤੁਸੀਂ ਇੱਕ ਧਿਆਨ ਉਠਾਇਆ ਕਿ 3 ਲੱਖ ਤੋਂ ਵੱਧ ਅਕਾਲੀ ਕੈਂਡੀਡੇਟ ਨੇ ਪਿਛਲੀ ਲੋਕ ਸਭਾ ਦੇ ਵਿੱਚ ਵੋਟਾਂ ਖੜੀਆਂ ਸੀ, ਉਹ ਹੁਣ ਬੀਜੇਪੀ ਵੱਲੋਂ ਲੜ ਰਿਹਾ। ਉਹ ਕਿੰਨੀਆਂ ਕੁ ਵੋਟਾਂ ਨਾਲ ਲੈ ਕੇ ਜਾਊਗਾ? ਕੋਈ 50,000 ਵੋਟ ਅਕਾਲੀ ਦਲ ਦੀ ਲਿਜਾ ਸਕਦਾ ਨਾਲ ਉਹ 3.5 ਲੱਖ ਚੋਂ 20,000 30,000 ਇੰਡੀਵਿਜੂਅਲ। ਦੂਜੀ ਗੱਲ, ਜੇ ਬੀਜੇਪੀ ਜਿਹੜੀ ਪ੍ਰਵਾਸੀਆਂ ਦੀ ਵੋਟ ਹੈ ਉਹਦੇ ਵਿੱਚੋਂ 50% ਵੀ ਲੈ ਜਾਂਦੀ ਹੈ ਤੇ ਬਾਕੀ ਵੰਡੀ ਜਾਂਦੀ ਹੈ, ਤੇ ਬੀਜੇਪੀ ਤੇ ਅਕਾਲੀ ਦਲ ਆਪਸ ਵਿੱਚ ਫਸੇ ਹੋਏ ਨੇ। ਇਹਦੇ ਵਿੱਚ ਬੜਾ ਵੱਡਾ ਕਿ ਜੇ ਅੱਗੇ ਜਾ ਕੇ ਨੈਗੋਸੀਏਸ਼ਨ ਹੋਣੀਆਂ ਨੇ 24 ਤੋਂ ਪਹਿਲਾਂ, ਫਿਰ ਬੀਜੇਪੀ ਅਕਾਲੀ ਦਲ ਨੇ ਇਕੱਠੇ ਹੋਣਾ, ਤੇ ਇਹਨਾਂ ਚੋਂ ਉੱਤੇ ਕਿਹੜਾ ਥੱਲੇ ਕਿਹੜਾ, ਇਹ ਵੀ ਰੌਲਾ ਹੈ। ਉਹ ਜਿੱਤਣ ਲਈ ਨਹੀਂ ਲੜ ਰਹੇ, ਉਹ ਇਹ ਵੀ ਲੜ ਰਹੇ ਆ ਵੀ ਜੇ ਅਗਲੀ ਗੇਮ ਖੇਡਣੀ ਹੈ, ਜਦੋਂ ਟੇਬਲ ਤੇ ਬਹਿਣਾ ਹੈ ਤੇ ਕਵਾਂਗੇ ਵੀ ਸੰਗਰੂਰ ਵੀ ਤੁਹਾਡੇ ਤੋਂ ਉੱਤੇ ਸੀ ਤੇ ਇੱਥੇ ਵੀ, ਤੇ ਅਕਾਲੀ ਦਲ ਚਾਹੁੰਦਾ ਵੀ ਸੰਗਰੂਰ ਤੇ ਇੱਥੇ 50-50 ਦਾ ਮੈਚ ਬਣ ਜੇ, ਵੀ ਉੱਥੇ ਤੁਸੀਂ ਇੱਥੇ ਅਸੀਂ ਇੱਥੇ, ਤੇ ਇਹਦੇ ਨਾਲ ਘੱਟੋ ਘੱਟ ਜਿਹੜੀ ਸੀਟ ਸ਼ੇਅਰਿੰਗ ਹੈ ਉਹਦੇ ਵਿੱਚ ਇੱਜ਼ਤ ਮਾਨ ਰਹਿ ਜੇ। ਇਹ ਥੋੜਾ ਜਿਹਾ ਐਡਰੈਸ ਕਰ ਦਿਓ। ਦੇਖੋ, ਰਾਜਨੀਤੀ ਤੇ ਸਰਵਾਈਵਲ ਆਫ ਦਾ ਫਿਟੈਸਟ ਵਾ। ਬੀਜੇਪੀ ਇੱਕ ਜੂਨੀਅਰ ਪਾਰਟਨਰ ਸੀ ਪਹਿਲੋਂ, ਜਿਹੜਾ ਹੈਗਾ ਮੈਂ 3 ਸੀਟਾਂ ਦਿੰਦੇ ਸੀ ਉਹਨੂੰ ਲੋਕ ਸਭਾ ਦੀਆਂ, 23 ਸੀਟਾਂ ਜਿਹੜੀਆਂ ਦਿੰਦੇ ਸੀ ਉਹਨੂੰ ਆਪਣੀਆਂ ਦੂਸਰੀਆਂ ਵਿਧਾਨ ਸਭਾ ਦੀਆਂ। ਬੀਜੇਪੀ ਕੋਸ਼ਿਸ਼ ਕਰ ਰਹੀ ਆ, ਜਿਸ ਤਰੀਕੇ ਨਾਲ ਤੁਸੀਂ ਦੇਖੋ ਕਿ ਪ੍ਰਧਾਨ ਮੰਤਰੀ ਜੀ ਆਏ ਆ, ਜਦੋਂ ਬਾਦਲ ਸਾਹਿਬ ਸਾਰੀ ਲੀਡਰਸ਼ਿਪ ਵੀ ਆਈ ਆ, ਔਰ ਉਹ ਤੋਂ ਬਾਅਦ ਇੰਸਟੈਂਟਲੀ ਅਕਾਲੀ ਦਲ ਦੇ ਕੁਝ ਬਹੁਤ ਵੱਡੇ ਲੀਡਰ, ਉਹ ਇਮੈਚਿਓਰ ਸੀਗਾ ਕਿ ਉਹਨਾਂ ਨੇ ਸਟੇਟਮੈਂਟ ਵੀ ਦੇ ਦਿੱਤੀ ਕਿ ਬਾਦਲ ਸਾਹਿਬ ਇਹ ਗੱਲ ਕਹਿ ਕੇ ਗਏ ਸੀ ਇਹਨਾਂ ਤੇ ਹੋਣਾ ਚਾਹੀਦਾ ਹੈ। ਇਹ ਗੱਲ ਰੰਧਾਵਾ ਸਾਹਿਬ ਠੀਕ ਆ ਕਿ ਕੁਝ ਵੋਟਾਂ ਜਾਂਦੀਆਂ, ਜਾਤ ਦਾ ਅਸਰ ਬਾਤ ਦਾ ਭਾਵੇਂ ਉਹਨਾਂ ਜ਼ਿਆਦਾ ਨਹੀਂ, ਪਰ ਥੋੜਾ ਬਹੁਤਾ ਅਸਰ ਉਹਦੇ ਵਿੱਚ ਹੁੰਦਾ ਹੈ। ਪਰ ਜੇ ਕਹੀਏ ਕਿ ਐਨ ਬਲਾਕ ਉਹ 3,40,000 ਵੋਟ ਮਿਲੀ ਸੀ, ਸਾਰੀ ਦੀ ਸਾਰੀ ਜਾਂ ਅੱਧੀ ਚੱਲ ਜੂਗੀ, ਇਦਾਂ ਦੀ ਕਦੀ ਨਹੀਂ ਹੁੰਦੀ। ਮੈਂ ਉਹੀ ਗੱਲ ਬਾਰ-ਬਾਰ ਕਹਿ ਰਿਹਾ ਕਿ ਜਿਹੜਾ ਵੋਟਰ ਆ ਉਹਦੀ ਆਪਣੀ ਕੈਲਕੂਲੇਸ਼ਨ ਆ, ਵੋਟਰ ਦੀ ਆਪਣੀ ਅੰਡਰਸਟੈਂਡਿੰਗ ਆ, ਉਹਦੀ ਆਪਣੀ ਲਾਈਕਿੰਗ ਆ, ਉਹਦੀ ਆਪਣੀ ਡਿਸਲਾਈਕਿੰਗ ਆ। ਜਦੋਂ ਇਹ ਵਿਅਕਤੀ ਜਿਹੜੇ ਸੀ ਅਕਾਲੀ ਦਲ ਸੀ, ਉਹਦੀ ਚੋਇਸ ਹੋਰ ਸੀਗੀ, ਉਹ ਆਪਣੇ ਉਸ ਤਰੀਕੇ ਨਾਲ ਸੋਚਦਾ ਸੀ, ਕਿਉਂਕਿ ਉਹ ਮਸ਼ੀਨ ਤਾਂ ਹੈ ਨਹੀਂ। ਦਿੱਲੀ ਵਾਲਿਆਂ ਨੇ ਜਿੱਦਾਂ ਭੇਜੀ, ਉੱਥੋਂ ਵੀ ਮਕੈਨੀਕਲ ਤਰੀਕੇ ਦੇ ਨਾਲ ਤੁਸੀਂ ਇਹ ਸਾਰਾ ਕੰਮ ਜਿਹੜੀ ਪੰਜਾਬ ਨੂੰ ਕੰਟਰੋਲ ਕਰੋ ਜਾਂ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਕਰੋ। ਇਹ ਗੱਲ ਠੀਕ ਹੈਗੀ ਆ ਕਿ ਇਹ ਜਿਹੜੇ 4 ਕਾਰਨਰ ਜਿਹੜਾ ਹੋ ਰਿਹਾ, ਕੰਟੈਸਟ ਹੋ ਰਿਹਾ, ਕਿਹੜਾ ਜਿੱਦਾਂ ਕਿਹੜਾ ਨਹੀਂ ਜਿੱਦਾਂ, ਉਹ ਤਾਂ ਬਾਅਦ ਚ ਪਤਾ ਲਊ। ਇਹ ਤੋਂ ਸਾਨੂੰ ਜਿਹੜੇ ਸਾਰੇ ਸਮੀਕਰਨ ਹੈਗੇ ਆ ਉਹ ਸਾਰੇ ਸਮਝ ਆਉਣਗੇ। ਬੀਜੇਪੀ ਕੋਸ਼ਿਸ਼ ਕਰੂਗੀ, ਜਿਸ ਤਰੀਕੇ ਨਾਲ ਡੈਮੋਗ੍ਰਾਫਿਕ ਸਟਰਕਚਰ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜ ਹੋ ਰਿਹਾ ਵਾ, ਬੀਜੇਪੀ ਨੂੰ ਲੱਗਦਾ ਕਿ ਪੰਜਾਬ ਹੀ ਇੱਕ ਆਖਰੀ ਕਿਲਾ ਹੈਗਾ ਵਾ ਨਾਰਥ ਇੰਡੀਆ ਦੇ ਵਿੱਚ, ਜਿਹਦੇ ਵਿੱਚ ਉਹ ਉਹਦੇ ਲਈ ਇੱਕ ਚੈਲੰਜ ਹੈਗਾ। ਇਸ ਕਰਕੇ ਉਹ ਹਰ ਹੀਲਾ ਵਰਤੂਗੀ, ਉਹ ਤੁਹਾਡੇ ਸਾਰੇ ਲੋਕਾਂ ਨੂੰ ਸਾਹਮਣੇ ਵੀ ਰੱਖੂਗੀ। ਉਹ ਅਕਾਲੀ ਦਲ ਨੂੰ ਸਾਰੇ ਪਾਸੇ ਵੱਲੋਂ ਜਿਹੜਾ ਹੈਗਾ, ਚਾਹੇ ਉਹ ਬੜੇ ਤੰਤਰ ਵਾ ਉਹਦੇ ਕੋਲ ਵੀ ਅਕਾਲੀ ਦਲ ਦੇ ਲੀਡਰਾਂ ਨੂੰ ਕਿੱਦਾਂ ਠੀਕ ਰੱਖਣਾ ਵਾ, ਕਿੱਦਾਂ ਗੁੱਡ ਹਿਊਮਰ ਚ ਰੱਖਣਾ ਵਾ, ਕਿੱਦਾਂ ਉਹਨਾਂ ਦੀ ਸਪੋਰਟ ਲੈਣੀ ਆ, ਕਿ ਇਹਨਾਂ ਦੇ ਨਾਲ ਗਿਆ ਸਾਨੂੰ ਫਾਇਦਾ ਹੁੰਦਾ। ਹੁਣ ਉਹ ਆਪਣਾ ਪਾਣੀ ਟੈਸਟ ਕਰਨ ਡਿਆ, ਵਾਟਰ ਟੈਸਟ ਕਰਨ ਡਿਆ, ਪਰ ਅਲਟੀਮੇਟਲੀ ਉਹਨਾਂ ਨੂੰ ਲੱਗਦਾ ਹੈ ਕਿ ਜੇ ਸਾਡਾ ਐਗਰੀਮੈਂਟ ਹੁੰਦਾ ਤੇ ਅਸੀਂ ਸਾਡਾ ਵੋਟ ਜਿਹੜਾ ਸ਼ੇਅਰ ਹੈਗਾ ਵਾ ਸੀਟਾਂ ਦਾ, ਜੇ ਉਹੀ ਇਨਕਰੀਜ਼ ਕਰ ਲੈਣ
ਦੂਸਰੀ ਗੱਲ ਮੈਨੂੰ ਇਸ ਚੀਜ਼ ਦਾ ਡਰ ਲੱਗਦਾ ਰਹਿੰਦਾ ਵਾ ਕਿ ਕਿਤੇ ਇਹ ਆਪਣੀ ਪੁਰਾਣੀ ਰਾਜਨੀਤੀ ਤੇ ਨਾ ਆ ਜਾਣ, ਕਿ ਇੱਕ ਧਿਰ ਨੂੰ ਜਿਹੜੀ ਹੈਗੀ, ਕੋਈ ਪੰਜਾਬ ਦਾ ਸੱਭਿਆਚਾਰ ਹੋਰ ਕਿਸਮ ਦਾ ਹੈਗਾ, ਉਹ ਬਹੁਤ ਜਿਹੜਾ ਹੈਗਾ ਸਾਂਝੀਵਾਲਤਾ ਹੈ, ਕਿਤੇ ਉਹ ਅਹਿਸਾਸ ਕਰਾਉਣਾ ਨਾ ਸ਼ੁਰੂ ਕਰ ਦੇਣਾ ਕਿ ਭਾਈ ਤੁਸੀਂ ਵੀ ਤਾਕਤਵਰ ਹੋ ਸਕਦੇ ਜੋ, ਤੁਹਾਡਾ ਵੀ ਮੁੱਖ ਮੰਤਰੀ ਹੋ ਸਕਦਾ, ਤੁਸੀਂ ਵੀ ਜਿਹੜਾ ਹੈਗਾ ਇਹਦੇ ਮਾਲਕ ਬਣ ਸਕਦੇ ਹੋ। ਜੇ ਉਦਾਂ ਦੀ ਸਿਚੁਏਸ਼ਨ ਬਣਦੀ ਆ ਤੇ ਫਿਰ ਤਾਂ ਜਿਹੜਾ ਹੈਗਾ ਬੀਜੇਪੀ ਜਿੱਦਾਂ ਦੂਸਰੀਆਂ ਰੀਜਨਲ ਪਾਰਟੀਆਂ ਨੇ ਕੀਤਾ, ਹਰਿਆਣੇ 'ਚ ਕੀਤਾ, ਜੰਮੂ ਕਸ਼ਮੀਰ 'ਚ ਕੀਤਾ, ਯੂਪੀ 'ਚ ਕੀਤਾ, ਮਹਾਰਾਸ਼ਟਰ 'ਚ ਕੀਤਾ ਜਾਂ ਹੋਰ ਥਾਵਾਂ ਤੇ ਕੀਤਾ, ਪਰ ਇਹਦੇ ਨਾਲ ਨਾਲ ਇਹ ਆਸ ਹੈ ਕਿ ਹੈਗੀ ਆ ਕਿ ਜਿੰਨਾ ਚਿਰ ਇੱਥੇ ਕਿਸਾਨੀ ਹੈ, ਜਿੰਨਾ ਚਿਰ ਪੰਜਾਬ ਦੇ ਚੇਤਨ ਲੋਕ ਇਹਦੀ ਵਿਚਾਰਧਾਰਾ ਦੀ ਮਗਰਲੀ ਜਿਹੜੀ ਹੈਗੀ ਆ, ਜਿਹੜੀ ਇਹਨਾਂ ਦੀ ਸੋਚ ਆ ਉਹਨੂੰ ਸਮਝਦੇ ਆ, ਉਹੀ ਇਹਨਾਂ ਲਈ ਜਿਹੜਾ ਹੈਗਾ ਚੈਲੰਜ ਹੈ ਜਾਂ ਉਹੀ ਇਹਨਾਂ ਦੇ ਰਸਤੇ ਦੇ ਵਿੱਚ ਰੋਕ ਬਣ ਸਕਦੀ ਆ, ਭਾਵੇਂ ਦੋ ਪਾਰਟੀਆਂ ਇਕੱਠੀਆਂ ਵੀ ਹੋ ਜਾਂਦੀਆਂ। ਜੀ, ਕਾਫੀ ਨਿਠਵੇਂ ਰੂਪ 'ਚ ਗੱਲ ਹੋਈ ਆ, ਜਿੰਨੀ ਕਿ ਮੈਂ ਸਮਝ ਸਕਿਆ। ਮੇਰੀ ਤਾਂ ਸਮਝ ਵਿੱਚ ਕਾਫੀ ਵਾਧਾ ਹੋਇਆ। ਇੱਕ ਹਾਸੇ ਠੱਠੇ 'ਚ ਹੀ ਗੱਲ ਆ ਵੀ 13 ਤਰੀਕ ਕਾਫੀ ਅਹਿਮ ਰਹਿਣ ਵਾਲੀ ਆ ਦੋਸਤੋ। ਹੋ ਸਕਦਾ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਸ ਦਿਨ ਬਹੁਤ ਜ਼ਿਆਦਾ ਚਾਚ ਭੰਗੜਾ ਵੀ ਪਾਉਣ। ਜੇ ਸੀਟ ਜਿੱਤ ਗਈ ਤੇ ਉਧਰ ਰਾਘਵ ਚੱਡਾ ਦੀ ਮੰਗਣੀ ਹੋ ਗਈ, ਤੇ ਮੰਗਣੀ ਵੀ ਇੱਕ ਫਿਲਮੀ ਐਕਟਰੈਸ ਨਾਲ ਹੋ ਰਹੀ ਹੈ। ਰਾਘਵ ਚੱਡਾ ਦਾ ਰੁਝੇਵਾਂ ਵੱਧ ਜਾਣਾ, ਮੁੱਖ ਮੰਤਰੀ ਫ੍ਰੀ ਹੋ ਜਾਣਗੇ ਇੱਧਰਲੇ ਬੰਨਿਓ। ਮੈਨੂੰ ਲੱਗਦਾ ਉਹ ਉਹਨਾਂ ਨੂੰ ਘੋੜੀ ਚੜਾਉਣ ਲਈ ਵੀ ਕਾਲੇ ਹੋਣੇ, ਤੇ ਜੇ ਕਿਧਰੇ ਇੱਧਰ ਪੰਜਾਬੀਆਂ ਦੀ ਭਗਵੰਤ ਮਾਨ ਦੀ ਅਗਵਾਈ 'ਚ ਜਿੱਤ ਵੀ ਦਰਜ ਹੋ ਗਈ ਤਾਂ ਫਿਰ ਇਹ ਤਾਂ ਕਿਤੇ ਹਉਮੈ ਵੱਧਦੀ ਆ, ਧੌਣ ਦਾ ਕਿੱਲਾ ਵੱਡਾ ਹੁੰਦਾ ਹੈ ਕਿ ਜਾਂ ਨਿਮਰਤਾ ਆਉਂਦੀ ਹੈ, ਵੇਖਣ ਵਾਲੀ ਗੱਲ ਹੋਊਗੀ। ਪਰ ਕੇਜਰੀਵਾਲ ਕੋਈ ਨਵਾਂ ਸੂਬੇਦਾਰ ਥਾਪਣਗੇ, ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਵੀ ਵੱਧਦੀਆਂ ਜਾਂਦੀਆਂ। ਬਹੁਤ ਧੰਨਵਾਦ। ਸ਼ੁਕਰੀਆ। ਸ਼ੁਕਰੀਆ ਜੀ।